ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA ਟੀਵੀ। ਮੈਂ ਹਾਂ ਮੋਹਿਤ ਰੂਬਲ। ਮੈਂ ਹਾਂ ਬरुण कौर मान। ਤੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਅਖਬਾਰਨਾਮਾ। ਸੋ ਬरुण, ਅੱਜ 27ਵਾਂ ਦਿਨ ਹੈ ਕਿਸਾਨੀ ਅੰਦੋਲਨ ਦਾ, ਤੇ 27ਵੇਂ ਦਿਨ ਵੀ ਜਿਹੜੀ ਹਲਚਲ ਹੈ, ਜਿਹੜਾ ਉਹਨਾਂ ਦਾ ਅੰਦੋਲਨ ਹੈ, ਉਹ ਹੁਣ ਹੋਰ ਤੇਜ਼ ਹੁੰਦਾ ਜਾ ਰਿਹਾ, ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਹਾਂ ਵੀ ਹੁਣ ਮੁੰਬਈ ਜਾ ਕੇ ਜਿਹੜਾ ਅੰਬਾਨੀ ਦਾ ਘਰ ਹੈ ਉਸ ਦਾ ਘਿਰਾਓ ਕਰਨ ਜਾ ਰਹੇ ਨੇ। ਸੋ ਹੁਣ ਤੱਕ ਕਾਫੀ ਸਾਰੀ ਚੀਜ਼ਾਂ ਕਰ ਚੁੱਕੇ ਨੇ, ਭਾਰਤ ਬੰਦ ਕਰ ਚੁੱਕੇ ਨੇ, 2-3 ਵਾਰ ਜਿਹੜਾ ਭੁੱਖ ਹੜਤਾਲ ਉਹਦੇ ਤੇ ਬਹਿ ਚੁੱਕੇ ਨੇ। ਪਰ ਜਿਹੜੀ ਕੇਂਦਰ ਸਰਕਾਰ ਹੈ, ਜਿਹਨਾਂ ਨੂੰ ਮੈਂ ਹਰ ਵਾਰ ਕਹਿੰਦਾ ਵਾਂ ਗੂੰਗੀ, ਬੈਰੀ ਤੇ ਅੰਨੀ ਸਰਕਾਰ ਹੈ, ਉਹਨਾਂ ਵੱਲੋਂ ਜਿਹੜੇ ਕੋਈ ਖਾਸ ਜਿਹੜੀ ਗੱਲਬਾਤ ਹੈ ਸਾਹਮਣੇ ਨਜ਼ਰ ਨਹੀਂ ਆ ਰਹੀ। जी किसानों ने ये गल कही है कि वो मुंबई जाके अंबानी के घर का घिराव करेंगे और क्या कि जे सानू रस्ते च किते रोकिया जाता है या परेशान किया जाता है तो हर उस जगह नूं गाजीपुर बना दिता जाएगा जिथे जिथे उन्होंने नाल रोक टोक हुंदी है, और जिथे जिथे राह च प्रदर्शनकारी जिहड़े ने उत्थे उत्थे डेरा ला लैणगे, जिथे जिथे दिल्ली जाते हुए किसानों नूं तंग किया जाएगा। बहुत सारिया खबरां भी आईयां सी कि प्रशासन के वल्लों उन्हां नूं तंग किया जा रहा है जदों रस्ते दे विच रोकिया टोकिया जा रहा है। एक बारी तां इह वी वीडियो सामने आई सी कि ਜਿਹੜਾ ਉਹਨਾਂ ਦੇ ਲਈ ਖਾਣ ਪੀਣ ਦਾ ਸਮਾਨ ਜਾ ਰਿਹਾ ਹੈ, ਪਾਣੀ ਦੇ ਟੈਂਕਰ ਜਾ ਰਹੇ ਨੇ, ਪਾਣੀ ਦੇ ਟੈਂਕਰਾਂ ਨੂੰ ਵੀ ਰੋਕਿਆ ਗਿਆ ਸੀ। ਇਸ ਲਈ ਕਿਸਾਨਾਂ ਨੇ ਆਵਾਜ਼ ਚੁੱਕੀ ਹੈ ਕਿ ਹੁਣ ਜਿੱਥੇ ਜਿੱਥੇ ਸਾਡੇ ਖਿਲਾਫ ਕੋਈ ਵੀ ਕਦਮ ਸਰਕਾਰ ਚੁੱਕੇਗੀ, ਅਸੀਂ ਉਸ ਜਗ੍ਹਾ ਤੇ ਸ਼ਾਂਤਮਈ ਧਰਨੇ ਦੇਵਾਂਗੇ, ਪ੍ਰਦਰਸ਼ਨ ਕਰਾਂਗੇ, ਔਰ ਇਹ ਪ੍ਰਦਰਸ਼ਨ ਉਨੀ ਦੇਰ ਤੱਕ ਜਾਰੀ ਰਹਿਣਗੇ ਜਿੰਨੀ ਦੇਰ ਤੱਕ ਕਿਸਾਨਾਂ ਨੂੰ ਪਰੇਸ਼ਾਨ ਕਰਨਾ ਬੰਦ ਨਹੀਂ ਕੀਤਾ ਜਾਂਦਾ ਔਰ ਇਹਨਾਂ 3 ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ। ਜੀ ਬरुण, ਹੁਣ ਇਕੱਲੇ ਪੰਜਾਬ ਦੀ ਗੱਲ ਨਾ ਕਰੀਏ, ਪੂਰੇ ਭਾਰਤ ਦੀ ਗੱਲ ਕਰੀਏ। ਜਿਹੜਾ ਹਰ ਇਨਸਾਨ ਹੈ ਉਹ ਇੱਕ ਦੂਜੇ ਤੋਂ ਇਹੀ ਸਵਾਲ ਪੁੱਛ ਰਿਹਾ ਕਿ ਹਾਂ ਵੀ ਜਿਹੜਾ ਕਿਸਾਨੀ ਜਿਹੜਾ ਅੰਦੋਲਨ ਚੱਲ ਰਿਹਾ ਉਹ ਕਦੋਂ ਤੱਕ ਚੱਲੇਗਾ, ਕਦੋਂ ਜਿਹੜੀ ਬੇਸ਼ਰਮ ਸਰਕਾਰ ਹੈ ਉਹ ਕੋਈ ਫੈਸਲਾ ਸੁਣਾਵੇਗੀ ਤੇ ਉਹਨਾਂ ਨੂੰ ਖੁਸ਼ ਕਰੇਗੀ ਤੇ ਉਹਨਾਂ ਨੂੰ ਘਰ ਜਾਣ ਨੂੰ ਆਖੇਗੀ। ਕਿਉਂਕਿ ਇੰਨੀ ਠਰਦੀ ਠੰਡ ਵਿੱਚ ਉੱਥੇ ਬਹਿਣਾ, ਕਰੋਨਾ ਵਾਇਰਸ ਵੀ ਹੈ, ਠੰਡ ਵੀ ਹੈ, ਬਜ਼ੁਰਗ ਨੇ, ਬੱਚੇ ਨੇ, ਮਾਂ ਪਿਓ ਕਿੰਨੇ ਸਾਰੇ ਉੱਥੇ ਸਾਡੇ ਜਿਹੜੇ ਉੱਥੇ ਬੈਠੇ ਹੋਏ ਨੇ। ਸੋ ਉਹਨਾਂ ਨੂੰ ਵੀ ਇੱਕ ਸ਼ਰਮ ਆਉਣੀ ਚਾਹੀਦੀ ਕੇਂਦਰ ਸਰਕਾਰ ਨੂੰ, ਜੋ ਹਾਲੇ ਤੱਕ ਜਿਹੜੀ ਹੈ ਚੱਜ ਦਾ ਜਿਹੜਾ ਫੈਸਲਾ ਹੈ ਉਹ ਨਹੀਂ ਸੁਣਾ ਪਾ ਰਹੀ, ਕਿਉਂਕਿ ਉਹ ਇੱਕ ਕਹਿ ਸਕਦੇ ਆ ਕਿ ਹਾਂ ਵੀ ਅੜੀਅਲ ਸੁਭਾਅ, ਜ਼ਿੱਦਬਾਜੀ ਕਿ ਹਾਂ ਬਈ ਅਸੀਂ ਜਿਹੜੇ ਕਾਨੂੰਨ ਬਣਾ ਤੇ ਅਸੀਂ ਵਾਪਸ ਨਹੀਂ ਲੈਣੇ, ਉਹਦੇ 'ਤੇ ਸੋਧ ਕਰ ਲੈਂਦੇ ਆ, ਪਰ ਹਾਂ ਵੀ ਜਿਹੜੇ ਕਾਨੂੰਨ ਅਸੀਂ ਬਣਾ ਕੇ ਤੁਹਾਨੂੰ ਪੇਸ਼ ਕਰਤੇ ਨੇ ਉਹੀ ਚੰਗੇ ਨੇ, ਉਹੀ ਠੀਕ ਨੇ। ਜਦ ਕਿ ਵਾਰੋ ਵਾਰ ਜਿਹੜੇ ਕੇਂਦਰ ਸਰਕਾਰ ਦੇ ਜਿਹੜੇ ਮੰਤਰੀ ਨੇ ਉਹਨਾਂ ਨੇ ਆਖਿਆ ਕਿ ਹਾਂ ਵੀ ਅਸੀਂ ਜਿਹੜੀ ਸੋਧ ਹੈ ਉਸ ਨੂੰ ਕਰਨ ਨੂੰ ਤਿਆਰ ਆ, ਪਰ ਜਿਹੜੇ ਬਿੱਲ ਨੇ ਉਸੇ ਰੱਦ ਨਹੀਂ ਕਰਾਂਗੇ। ਸੋ ਜਿਹੜੇ ਕਿਸਾਨ ਯੂਨੀਅਨ ਦੇ ਕਾਫੀ ਇੱਕ ਆਗੂ ਨੇ 75 ਸਾਲਾਂ ਦੇ, ਉਹਨਾਂ ਨੇ ਆਖਿਆ ਹੈ ਕਿ ਹਾਂ ਬਈ ਸਰਕਾਰ ਕਿਤੇ ਨਾ ਕਿਤੇ ਅਸਿੱਧੇ ਤੌਰ ਤੇ ਮੰਨ ਚੁੱਕੀ ਹੈ ਕਿ ਜਿਹੜੇ ਬਿੱਲ ਬਣਾਏ ਨੇ ਉਹ ਗਲਤ ਨੇ। ਹੁਣ ਸਰਕਾਰ ਦੀ ਹੈਂਕੜਬਾਜ਼ੀ ਹੈ ਕਿ ਹਾਂ ਵੀ ਉਹ ਬਿੱਲ ਨੂੰ ਰੱਦ ਨਹੀਂ ਕਰ ਰਹੀ। ਜਲਦਬਾਜ਼ੀ ਦੇ ਵਿੱਚ ਇਹ ਬਿੱਲ ਪੇਸ਼ ਕੀਤੇ ਗਏ ਹੈ, ਉਸ ਤੋਂ ਹੀ ਬਹੁਤ ਟਾਈਮ ਪਹਿਲਾਂ ਜਿਹੜੀ ਹੈ ਇਹਨਾਂ ਬਿੱਲਾਂ ਦੇ ਉੱਤੇ ਕਹਿੰਦੇ ਨਾ ਨੀਂਵ ਇਹਨਾਂ ਬਿੱਲਾਂ ਦੀ ਬਹੁਤ ਟਾਈਮ ਪਹਿਲਾਂ ਤੇ ਚੋਰੀ ਰੱਖੀ ਜਾ ਚੁੱਕੀ ਸੀ। ਸਿਰਫ ਸਾਡੇ ਸਾਹਮਣੇ ਜਲਦਬਾਜ਼ੀ ਦੇ ਵਿੱਚ ਪੇਸ਼ ਕਰ ਦਿੱਤੇ ਜਾਣਾ ਔਰ ਲਿਆ ਦਿੱਤੇ ਜਾਣਾ, ਸਾਰਾ ਕੁਝ ਇਹਨਾਂ ਨੇ ਨਕਲੀ ਜਿਹਾ ਕੀਤਾ ਕਿ ਲੋਕਾਂ ਨੂੰ ਲੱਗੇ ਅੱਛਾ ਇੱਦਾਂ ਫੈਸਲਾ ਹੋਇਆ, ਹਾਲਾਂਕਿ ਬਹੁਤ ਟਾਈਮ ਪਹਿਲਾਂ ਇਸ ਦੀ ਪਲੈਨਿੰਗ ਸ਼ੁਰੂ ਹੋ ਚੁੱਕੀ ਸੀ। ਔਰ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਸਰਕਾਰ ਜਿਹੜੀ ਮੰਨ ਚੁੱਕੀ ਹੈ ਕਿ ਕਿਤੇ ਨਾ ਕਿਤੇ ਬਿੱਲ ਖਰਾਬ ਨੇ, ਬਸ ਉਹ ਸਰਕਾਰ ਦੀ ਆਪਣੀ ਅੜੀਅਲ ਰਵੱਈਆ ਜਿਹੜਾ ਸਿਰਫ ਇਸੇ ਲਈ ਹੈ ਕਿ ਜਿਹੜੇ ਫਾਇਦੇ ਸਰਕਾਰ ਨੇ ਕੁਝ ਕੁ ਦੇਸ਼ ਦੇ ਲੋਕਾਂ ਦੇ ਲਈ, ਕੁਝ ਕੁ ਜਿਹੜੇ ਵੱਡੇ ਲੋਕ ਨੇ ਜਿਨ੍ਹਾਂ ਦਾ ਪੈਸਾ ਸਿੱਧਾ ਅਡਾਨੀ ਅੰਬਾਨੀ ਦੀ ਆਪਾਂ ਗੱਲ ਕਰਦੇ ਹਾਂ, ਹੈ ਨਾ, ਜਿਨ੍ਹਾਂ ਨੇ ਇਹ ਪੈਸਾ ਖਾਣਾ ਆ ਗਰੀਬ ਲੋਕਾਂ ਦਾ, ਉਹਨਾਂ ਦੇ ਪੱਖ ਦੇ ਲਈ ਜਿਹੜੇ ਬਿੱਲ ਬਣੇ ਹੋਏ ਆ। ਹੁਣ ਇਹ ਹੈ ਕਿ ਮਰਦਾ ਕੀ ਨਾ ਕਰੇ, ਹੈ ਨਾ, ਇੱਕ ਤਾਂ ਆ ਜਾਂਦਾ, ਇੱਕ ਹੁੰਦਾ ਬੰਦੇ ਦੇ ਗਲ 'ਚ ਸੱਪ ਪੈ ਜਾਣਾ। ਹੁਣ ਉਹ ਹਿਸਾਬ ਹੋਇਆ ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਇਸ ਪ੍ਰੋਗਰਾਮ ਦੇ ਵਿੱਚ ਕਿ ਜੇ ਉਹ ਬਿੱਲਾਂ ਨੂੰ ਰੱਦ ਕਰਦੇ ਨੇ ਤਾਂ ਉਹਨਾਂ ਦੇ 2 ਪਿਆਰੇ ਮਿੱਤਰ ਨਾਰਾਜ਼ ਹੁੰਦੇ ਨੇ। ਹਾਲਾਂਕਿ 2 ਪਿਆਰੇ ਮਿੱਤਰਾਂ ਕਰਕੇ ਜਿਹੜੀ ਜਨਤਾ ਹੈ ਸਾਡੀ, ਉਹਨਾਂ ਦੇ ਨਾਲ ਇੰਨਾ ਮਾੜਾ ਵਤੀਰਾ ਕਰਨਾ, ਇਸ ਤੋਂ ਨਿੰਦਣਯੋਗ ਸ਼ਬਦ ਸਾਡੇ ਕੋਲ ਖਤਮ ਹੋ ਗਏ ਨੇ, ਸਾਡੇ ਕੋਲ ਉਹ ਅੱਖਰ ਮੁੱਕ ਗਏ ਨੇ ਜਿਨ੍ਹਾਂ ਦੇ ਨਾਲ ਇਸ ਸਰਕਾਰ ਨੂੰ ਨਿੰਦਿਆ ਜਾ ਸਕੇ, ਜਿਨ੍ਹਾਂ ਨੂੰ ਉੱਥੇ ਬੈਠੇ ਕਿਸਾਨਾਂ ਦਾ ਦਰਦ ਨਜ਼ਰ ਨਹੀਂ ਆਉਂਦਾ, ਦੁੱਖ ਨਜ਼ਰ ਨਹੀਂ ਆਉਂਦਾ। ਕਿਸੇ ਦਾ ਪੇਟ ਭਰ ਚੁੱਕਿਆ ਉਹਨੂੰ ਕਹੀ ਜਾਓ ਨਹੀਂ ਤੂੰ ਖਾ, ਹੋਰ ਖਾ। ਉਹ ਕਹਿ ਰਹੇ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਹਨ, ਉਹ ਕਹਿ ਰਹੇ ਨੇ ਕਿ ਸਾਨੂੰ ਇਹਨਾਂ ਬਿੱਲਾਂ ਦੀ ਜ਼ਰੂਰਤ ਹੀ ਨਹੀਂ, ਸਾਨੂੰ ਇਹਨਾਂ ਕਾਨੂੰਨਾਂ ਦੀ ਜ਼ਰੂਰਤ ਹੀ ਨਹੀਂ, ਤੁਸੀਂ ਕਿਉਂ ਧੱਕੇ ਦੇ ਨਾਲ ਉਹ ਚੀਜ਼ ਸਾਨੂੰ ਜਿਹੜੀ ਹੈ ਦੇ ਰਹੇ ਹੋ। ਮੈਂ ਸੁਣਿਆ ਕਿ ਜਿਵੇਂ ਨਾ ਉਹ ਗੱਲਬਾਤ ਕਰ ਰਹੇ ਸੀਗੇ ਜਿਹੜੇ ਕਿਸਾਨ ਆਗੂ ਨੇ ਕਿ ਹਾਂ ਵੀ ਅਸੀਂ ਜਦੋਂ ਮਿੱਥਿਆ ਸੀਗਾ ਕਿ ਹਾਂ ਵੀ ਅਸੀਂ ਧਰਨੇ ਲਾਵਾਂਗੇ, ਇਹ ਲਾਵਾਂਗੇ, ਉਹਨਾਂ ਨੇ ਇੰਨੀ ਐਕਸਪੈਕਟੇਸ਼ਨ ਨਹੀਂ ਕੀਤੀ ਸੀ ਕਿ ਇੰਨਾ ਹਜੂਮ ਜਿਹੜਾ ਇੰਨਾ ਸਮਰਥਨ ਹੈ ਪੂਰੀ ਦੁਨੀਆ 'ਚੋਂ, ਪੂਰੇ ਭਾਰਤ ਤੋਂ ਮਿਲੇਗਾ।
ਪਰ ਹੁਣ ਜਿਵੇਂ ਉੱਥੇ ਬਹਿ ਚੁੱਕੇ ਨੇ, ਹੁਣ ਉਹਨਾਂ ਦਾ ਵਾਪਸ ਮੁੜਨਾ ਵੀ ਥੋੜਾ ਔਖਾ ਹੋ ਚੁੱਕਿਆ ਬਿਨਾਂ ਆਪਣੀਆਂ ਗੱਲਾਂ ਮਨਾਏ, ਬਿਨਾਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਏ। ਕਿਉਂਕਿ ਹੁਣ ਸਵਾਲ ਸਿਰਫ ਕੁਝ ਕੁ ਯੂਨੀਅਨ ਦਾ ਨਹੀਂ ਹੈ, ਜਿਹੜਾ ਸਵਾਲ ਹੈ ਉਹ ਹੁਣ ਪੂਰੀ ਮੈਂ ਕਹਿੰਦਾ ਇੱਕ ਪੂਰੀ ਲੋਕਤੰਤਰ ਦਾ ਵੀ ਹੈ ਕਿ ਹਾਂ ਵੀ ਅਗਰ ਉਹ ਮੁਜ਼ਾਹਰੇ ਕਰ ਰਹੇ ਨੇ, ਧਰਨੇ ਤੇ ਬੈਠੇ ਨੇ, ਤੇ ਉਹ ਹੁਣ ਆਪਣੀ ਹੁਣ ਜਿੱਤ ਨਿਸ਼ਚਿਤ ਕਰਕੇ ਹੀ ਜਿਹੜੀ ਉਹ ਵਾਪਸ ਆਣਗੇ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ, ਹੁਣ ਲੋਕਾਂ ਨੇ ਵੀ ਇੱਕ ਨਾ ਸਿਸਟਮ ਬਣਾ ਲਿਆ ਹੋਇਆ, ਜੇ ਪਿੰਡੋਂ ਕੋਈ 50 ਲੋਕੀ ਗਏ ਨੇ ਹਨਾ, ਸੋ ਉਹਨਾਂ ਨੇ ਕੀ ਕੀਤਾ ਕਿ 10 ਦਿਨ ਮੈਂ ਰਵਾਂਗਾ, ਬਾਰੀਆਂ ਲੱਗ ਗਈਆਂ, ਫਿਰ ਬਾਰੀਆਂ ਲੱਗ ਗਈਆਂ ਹੋਈਆਂ ਨੇ। ਹਾਂ ਵੀ ਜਿਹੜਾ ਸਮਾਨ ਹੈ ਹੁਣ ਵਾਰੀ ਕਦੀ ਕਿਸੇ ਪਿੰਡ ਤੋਂ ਕਦੀ ਕਿਸੇ ਪਿੰਡ ਤੋਂ ਆ ਰਹੇ ਨੇ। ਇਸ ਤੋਂ ਇਲਾਵਾ ਜਿਹੜੇ ਸਾਡੇ NRI ਭਰਾ ਨੇ ਜੋ ਕਿ ਵੱਖ-ਵੱਖ ਦੇਸ਼ਾਂ ਵਿੱਚ ਬੈਠੇ ਨੇ, ਉਹਨਾਂ ਨੇ ਵੀ ਆਪਣੇ ਹੁਣ ਪਿੰਡ ਦੀ ਮੈਂ ਕਹਿੰਦਾ ਇੱਕ ਕਰੋ ਕਿ ਜ਼ਿੰਮੇਵਾਰੀ ਫੜ ਲਈ ਹੈ। ਜ਼ਿੰਮੇਵਾਰੀ ਉਹਨਾਂ ਨੇ ਫੜ ਲਈ ਕਿ ਹਾਂ ਵੀ ਜਿਹੜੇ ਪਿੰਡ ਤੋਂ ਜਿਹੜੀ ਰੈਲੀਆਂ ਜਾ ਰਹੀਆਂ ਨੇ, ਜਥੇਬੰਦੀਆਂ ਜਾ ਰਹੀਆਂ ਨੇ, ਹੁਣ ਉਹਨਾਂ ਨੂੰ ਅਸੀਂ ਸਪੋਰਟ ਕਰਾਂਗੇ। ਸੋ ਭਾਵੇਂ ਜਿਹੜਾ ਪੰਜਾਬੀ ਹੈ ਜਾਂ ਭਾਵੇਂ ਜਿਹੜਾ ਭਾਰਤੀ ਹੈ, ਭਾਵੇਂ ਇੱਥੇ ਇੰਡੀਆ ਰਹਿ ਰਿਹਾ, ਭਾਵੇਂ ਵਿਦੇਸ਼ਾਂ ਵਿੱਚ ਰਹਿ ਰਿਹਾ, ਜਿਹੜੀ ਆਪਣੀ ਪੂਰੀ ਡਿਊਟੀ ਜਿਹੜੀ ਨੇ ਉਹ ਸਾਰੇ ਨਿਭਾ ਰਹੇ ਨੇ, ਸੋ ਦੈਟ ਕਿ ਜਿਹੜਾ ਇਸ ਦਾ ਰਿਜ਼ਲਟ ਹੈ ਉਹ ਕਿਸਾਨਾਂ ਦੇ ਪੱਖ ਵਿੱਚ ਆਵੇ। ਜੀ, ਵਿਸ਼ਵ ਭਰ ਦੇ ਵਿਰੋਧ ਤੋਂ ਬਾਅਦ ਹੱਲੇ ਵੀ ਭਾਜਪਾ ਪਾਰਟੀ ਦੇ ਕੁਝ ਜਿਹੜੇ ਨੇਤਾ ਨੇ ਜਾਂ ਪਾਰਟੀ ਵਰਕਰ ਹਨ, ਉਹ ਇਹ ਚੀਜ਼ ਹੀ ਕਹਿ ਰਹੇ ਨੇ ਕਿ ਇਹ ਜਿਹੜੇ ਬਿੱਲ ਹੈ ਬਹੁਤ ਵਧੀਆ ਨੇ ਔਰ ਕਿਸਾਨਾਂ ਦੇ ਉੱਤੇ ਉਹਨਾਂ ਨੇ ਕਟਾਕਸ਼ ਕੱਸੇ ਨੇ, ਜੋ ਬਹੁਤ ਹੀ ਮਾੜੀ ਚੀਜ਼ ਹੈ ਕਿ ਇਹਨਾਂ ਨੂੰ ਤਾਂ ਕੈਨੇਡਾ ਤੋਂ ਪੈਸਾ ਆ ਰਿਹਾ, ਇਹ ਪਿਕਨਿਕ ਮਨਾ ਰਹੇ ਹੈ, ਇਹਨਾਂ ਨੂੰ ਪਾਕਿਸਤਾਨ ਤੋਂ ਫੰਡ ਆ ਰਹੇ ਹੈ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਪਾਕਿਸਤਾਨ ਦੇ ਕੋਲ ਟਮਾਟਰ ਖਰੀਦਣ ਦੇ ਲਈ ਵੀ ਪੈਸੇ ਨਹੀਂ ਹੈਗੇ, ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਕਿ ਜਿਹੜਾ ਪੈਸਾ ਪਾਕਿਸਤਾਨ ਭੇਜ ਰਿਹਾ, ਪਹਿਲਾਂ ਆਪਸ 'ਚ ਤਾਂ ਸਲਾਹ ਕਰ ਲਓ ਤੁਸੀਂ ਕਹਿਣਾ ਕੀ ਹੈ। ਔਰ ਉਸ ਤੋਂ ਬਾਅਦ ਪੰਜਾਬੀਆਂ ਦੀ ਫਿਤਰਤ, ਆਪਾਂ ਅਕਸਰ ਇਸ ਬਾਰੇ ਗੱਲ ਕਰਦੇ ਹਾਂ ਕਿ ਪੰਜਾਬੀਆਂ ਦੀ ਤਾਂ ਫਿਤਰਤ ਹੈ, ਕਿਤੇ ਵੀ ਲੰਗਰ ਲੱਗਦਾ ਹੈ ਜਾਂ ਸਾਨੂੰ ਜ਼ਰੂਰਤ ਹੁੰਦੀ ਹੈ, ਹੋਰ ਵੀ ਕਿੰਨੀਆਂ ਜ਼ਿਆਦਾ ਕਈ ਵਾਰੀ ਕੁਦਰਤੀ ਆਪਦਾ ਆ ਜਾਂਦੀ ਹੈ ਆਪਣੇ ਭਾਰਤ ਦੇ ਵਿੱਚ। ਉਦੋਂ ਕੇਰਲ ਦੇ ਵਿੱਚ ਜਦੋਂ ਤੂਫਾਨ ਆਏ ਸੀ, ਉਦੋਂ ਵੀ ਜਿਹੜੇ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਹੋਰ ਵੀ ਦੇਸ਼ਾਂ 'ਚ ਭਾਰਤੀ ਪੰਜਾਬੀ ਬੈਠੇ ਨੇ, ਉਹਨਾਂ ਨੇ ਮਦਦ ਭੇਜੀ ਸੀ। ਤੇ ਹੁਣ ਇਸ ਵਕਤ ਜਦੋਂ ਕਿਸਾਨੀ ਅੰਦੋਲਨ ਇੰਨਾ ਜ਼ਿਆਦਾ ਉੱਪਰ ਆਪਣਾ ਜਿਹੜਾ ਰੂਪ ਧਾਰਨ ਕਰ ਚੁੱਕਿਆ ਹੈ, ਇੰਨੇ ਵੱਡੇ ਵਿਸ਼ਵ ਪੱਧਰ ਦਾ ਅੰਦੋਲਨ ਬਣ ਚੁੱਕਿਆ, ਜਨ ਅੰਦੋਲਨ ਬਣ ਚੁੱਕਿਆ, ਉਸ ਵੇਲੇ ਇਹ ਮਦਦ ਨਹੀਂ ਆਊਗੀ, ਇਹ ਤਾਂ ਹੋ ਹੀ ਨਹੀਂ ਸਕਦਾ। ਔਰ ਜਿਨ੍ਹਾਂ ਨੂੰ ਪਿਕਨਿਕ ਲੱਗਦੀ ਹੈ ਇਹ ਅੰਦੋਲਨ, ਉਹਨਾਂ ਦੇ ਲਈ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਤੁਸੀਂ ਉਸ ਪਿਕਨਿਕ ਦਾ ਹਿੱਸਾ ਬਣ ਕੇ ਦੇਖੋ। ਤੁਹਾਡਾ 2 ਦਿਨਾਂ 'ਚ ਚਾਅ ਨਾ ਲੈ ਗਿਆ ਤਾਂ ਕਹਿਓ। ਇਹ ਸਿਰਫ ਸਾਡੇ ਕਿਸਾਨਾਂ ਦੀ ਹੀ ਹਿੰਮਤ ਹੈ, ਜ਼ਿਮੀਂਦਾਰਾਂ ਦੀ ਹੀ ਹਿੰਮਤ ਹੈ ਜਿਹੜੇ ਉੱਥੇ ਬੈਠੇ ਨੇ। ਔਰ ਇੱਕ ਗੱਲ ਤੁਸੀਂ ਕਹੀ ਹੈ ਕਿ ਇੱਕ ਇੱਛਾ ਜਾਗ ਗਈ ਕਿ ਮੈਂ ਵੀ ਦਿੱਲੀ ਜਾਣਾ। ਅੱਗੇ ਮਿਲਦੇ ਹੁੰਦੇ ਸੀ ਤਾਂ ਇੱਕ ਦੂਸਰੇ ਨੂੰ ਪੁੱਛਦੇ ਹੁੰਦੇ ਸੀ ਕੀ ਹਾਲ ਆ, ਹੁਣ ਪਹਿਲਾ ਸਵਾਲ ਇਹ ਆਉਂਦਾ ਤੁਸੀਂ ਦਿੱਲੀ ਜਾਏ ਜਾਂ ਤੁਸੀਂ ਦਿੱਲੀ ਕਦੋਂ ਜਾਣਾ। ਇਹ ਜਿਹੜਾ ਜਨ ਅੰਦੋਲਨ ਨੇ ਰੂਪ ਲੈ ਲਿਆ, ਬਹੁਤ ਵਧੀਆ ਹੈ। ਸਮੇਂ ਦੀ ਜ਼ਰੂਰਤ ਸੀ ਜਦੋਂ ਸਰਕਾਰ ਨੂੰ ਤੁਸੀਂ ਨਾਮ ਦਿੱਤਾ ਹੈ ਗੂੰਗੀ ਬੋਲੀ ਸਰਕਾਰ, ਤੇ ਉਹਦਾ ਇਲਾਜ ਕਰਨਾ ਬਹੁਤ ਜ਼ਰੂਰੀ ਸੀ, ਜੋ ਹੁਣ ਕਿਸਾਨਾਂ ਨੇ ਸ਼ੁਰੂ ਕਰਤਾ। ਜੀ ਵਾਕਈ ਜਿਹੜਾ ਇਲਾਜ ਹੈ ਉਹ ਆਉਣ ਵਾਲਾ ਜਿਹੜਾ ਪ੍ਰਧਾਨ ਮੰਤਰੀ ਦਾ ਮਨ ਕੀ ਬਾਤ ਹੋਏਗਾ, ਜਦੋਂ ਥਾਲੀਆਂ ਵੱਜਣਗੀਆਂ ਤੇ ਤਾੜੀਆਂ ਵੱਜਣਗੀਆਂ, ਤੇ ਭਾਵੇਂ ਵੱਡੇ ਵੱਡੇ ਵਾਲ ਰੱਖੇ ਹੋਏ ਨੇ, ਉਹ ਕੰਨਾਂ ਦੇ ਜਿਹੜੀ ਆਵਾਜ਼ ਉਹ ਪਹੁੰਚ ਜਾਏਗੀ ਉਹਨਾਂ ਕੋਲ। ਅੱਛਾ, ਹੁਣ ਮੈਂ ਇੱਕ ਖਬਰ ਪੜ੍ਹ ਰਿਹਾ ਕਿ ਅਮਿਤ ਸ਼ਾਹ ਦਾ ਮਿਸ਼ਨ ਬੰਗਾਲ, ਸਾਰਿਆਂ ਨੂੰ ਪਤਾ ਹੈ ਕਿ ਹਾਂ ਵੀ ਬੰਗਾਲ ਦੇ ਵਿੱਚ ਹੁਣ ਇਲੈਕਸ਼ਨ ਹੋਣ ਜਾ ਰਹੇ ਨੇ। ਸੋ ਪੂਰਾ ਪਲਾਨ ਬਣ ਚੁੱਕਿਆ ਕਿ ਹਾਂ ਵੀ ਕਿਵੇਂ ਅਸੀਂ ਸੰਬੋਧਨ ਕਰਾਂਗੇ, ਕਿਵੇਂ ਲੋਕਾਂ ਨੂੰ ਟਾਰਗੇਟ ਕਰਾਂਗੇ। ਤਾਂ ਜਿਹੜਾ ਸਾਡਾ ਜਿਹੜਾ ਅੰਦੋਲਨ ਚੱਲ ਰਿਹਾ ਕਿੰਨੇ ਲੰਮੇ ਸਮੇਂ ਤੋਂ ਚੱਲ ਰਿਹਾ, ਕਿ ਤੁਹਾਡੀ ਸੂਚੀ ਵਿੱਚ ਉਹ ਨਾਮ ਨਹੀਂ ਆਇਆ, ਉਹ ਲਿਸਟ 'ਚ ਤੁਹਾਡਾ ਥਾਂ ਨਹੀਂ ਪਹੁੰਚਿਆ ਕਿ ਹਾਂ ਵੀ ਇਹਨਾਂ ਦੀ ਵੀ ਗੱਲ ਸੁਣ ਲਈ ਹੈ। ਸੋ ਬੇਸਿਕਲੀ ਜਿੱਥੇ ਇਲੈਕਸ਼ਨਸ ਹੁੰਦੇ ਨੇ ਉੱਥੇ ਭਾਜਪਾ ਬੜੀ ਸਰਗਰਮ ਹੋ ਜਾਂਦੀ ਹੈ, ਜਿੱਥੇ ਇਹੋ ਜਿਹੇ ਕੋਈ ਕਾਂਡ ਵਗੈਰਾ ਹੁੰਦੇ ਨੇ ਉੱਥੇ ਬਿਲਕੁਲ ਮੂੰਹ ਬੰਦ ਕਰਕੇ ਹਨਾ, ਜਿਹੜੇ ਆਪਣੇ ਮਹਾਤਮਾ ਗਾਂਧੀ ਦੇ 3 ਬਾਂਦਰ ਸੀਗੇ ਹਨਾ, ਉਹਨਾਂ ਵਾਂਗੂ ਕਰਦੀ ਹੈ ਕਿ ਨਾ ਬੋਲਦੀ ਹੈ, ਨਾ ਸੁਣਦੀ ਹੈ ਤੇ ਨਾ ਦੇਖਦੀ ਹੈ। ਪਰ ਹੁਣ ਇਹਨਾਂ ਨੂੰ ਸੁਣਨਾ ਵੀ ਪੈਣਾ, ਦੇਖਣਾ ਵੀ ਪੈਣਾ, ਤੇ ਹਾਰ ਕੇ ਜਿਹੜਾ ਜਵਾਬ ਹੈ ਯਾਨੀ ਕਿ ਬੋਲਣਾ ਵੀ ਪੈਣਾ। ਦੇਖੋ, ਜੇ ਇਲੈਕਸ਼ਨ ਹੋਣੇ ਆ ਕਿਤੇ, ਉੱਥੇ ਰਾਜਨੀਤੀ ਹੋਣੀ ਹੀ ਹੋਣੀ ਹੈ। ਜੇ ਰਾਜਨੀਤੀ ਨਹੀਂ ਹੋਣੀ ਤਾਂ ਫਿਰ ਇਲੈਕਸ਼ਨ ਕਿਸ ਚੀਜ਼ ਦੇ ਹੋਏ। ਔਰ ਇਹਨਾਂ ਨੇ ਸਿੱਧਾ ਜਿਹਾ ਜਦੋਂ ਪਿੱਛੇ ਜੇ ਬਿਹਾਰ 'ਚ ਵੀ ਹੋਏ ਸੀਗੇ, ਉਦੋਂ ਨਾ ਇਹਨਾਂ ਨੂੰ ਕਰੋਨਾ ਦਾ ਡਰ ਰਿਹਾ ਸੀ, ਨਾ ਕਿਸ ਚੀਜ਼ ਦੀ ਪ੍ਰੋਬਲਮ ਰਹੀ ਸੀ। ਉੱਥੇ ਵੱਡੇ ਪੱਧਰ ਤੇ ਰੈਲੀਆਂ ਹੋਈਆਂ। ਹੁਣ ਜਦੋਂ ਕਿਸਾਨ ਸਾਡੇ ਅੰਦੋਲਨ ਕਰ ਰਹੇ ਆ, ਉਦੋਂ ਇਹਨਾਂ ਨੂੰ ਇਕੱਠ ਤੋਂ ਪ੍ਰੋਬਲਮ ਆ ਰਹੀ ਹੈ, ਕਰੋਨਾ ਤੋਂ ਪ੍ਰੋਬਲਮ ਆ ਰਹੀ ਹੈ। ਔਰ ਜਦੋਂ ਹੁਣ ਬੰਗਾਲ ਦੇ ਵਿੱਚ ਹੋਣੇ ਆ, ਉਦੋਂ ਵੀ ਦੇਖਿਓ ਇਹਨਾਂ ਨੂੰ ਕਰੋਨਾ ਚੇਤੇ ਭੁੱਲ ਜਾਣਾ ਸਾਰਾ ਕੁਝ, ਕਿਉਂਕਿ ਰਾਜਨੀਤੀ ਚਲਾਉਣੀ ਹੈ ਤੇ ਇਦਾਂ ਟੇਢੇ ਤਰੀਕੇ ਦੀਆਂ ਚਾਲਾਂ ਇਹਨਾਂ ਨੂੰ ਚੱਲਣੀਆਂ ਪੈਣੀਆਂ। ਤੇ ਇਹ ਤਾਂ ਯਕੀਨਨ ਹੈ ਕਿ ਰਾਜਨੀਤੀ ਵੱਖਰੇ ਤਰੀਕੇ ਦੀ ਹੋਣੀ ਹੈ। ਜੀ, ਅਸੀਂ ਹੁਣ ਗੱਲ ਕਰ ਲਈਏ, ਤੁਸੀਂ ਗੱਲ ਕੀਤੀ ਕਿ ਹਾਂ ਵੀ ਇੰਟਰਨੈਸ਼ਨਲ ਜਿਹੜਾ ਹੈ ਕਾਫੀ ਸਪੋਰਟ ਮਿਲ ਰਹੀ ਹੈ। ਅਮਰੀਕਾ ਵਿੱਚ ਲਗਾਤਾਰ, ਅਮਰੀਕਾ ਕੈਨੇਡਾ ਦੇ ਵਿੱਚ ਲਗਾਤਾਰ ਜਿਹੜੇ ਰੈਲੀਆਂ ਨੇ ਕੱਢੀਆਂ ਜਾ ਰਹੀਆਂ ਨੇ। ਭਾਵੇਂ ਕੈਨੇਡਾ ਵਿੱਚ ਜਿਹੜਾ ਲੋਕਡਾਊਨ ਹੈ ਉਹਦੀ ਸਥਿਤੀ ਥੋੜੀ ਸਖਤ ਹੋ ਚੁੱਕੀ ਹੈ, ਪਰ ਅਮਰੀਕਾ ਵਿੱਚ ਈਵਨ ਉੱਥੋਂ ਦੇ ਜਿਹੜੀ ਗਾਈਡਲਾਈਨਸ ਹੈ ਉਹਨਾਂ ਨੂੰ ਫੋਲੋ ਕਰਦੇ ਹੋਏ ਜਿਹੜਾ ਐਡਾ ਵੱਡਾ ਹਜੂਮ ਕੱਢਿਆ ਜਾ ਰਿਹਾ। ਜਿਵੇਂ ਅਸੀਂ ਗੱਲ ਕਰੀਏ ਕਿ ਜਿਹੜਾ ਰੀਨੋ ਉੱਥੇ ਸ਼ਹਿਰ ਹੈ, ਉੱਥੇ ਐਡੀ ਵੱਡੀ ਰੈਲੀ ਹੋਈ ਹੈ, ਲੋਕੀ ਗੱਡੀਆਂ 'ਚ ਭਰ ਕੇ ਉੱਥੇ ਆਏ ਨੇ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਉਸ ਨੂੰ ਉੱਥੇ ਦੇਖਿਆ ਗਿਆ ਕਿ ਹਾਂ ਵੀ ਸਾਰੇ
ਸ਼ਾਮਲ ਹੋਏ ਨੇ, ਬੱਚਿਆਂ ਨਾਲ ਗੱਲਬਾਤ ਕੀਤੀ ਗਈ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਹਾਂ ਵੀ ਨੋ ਫਾਰਮਰਸ ਨੋ ਫੂਡ ਐਂਡ ਈਵਨ ਨੋ ਫਿਊਚਰ। ਬਾਕੀ ਕਿੱਡੀ ਸੋਹਣੀ ਗੱਲ ਉਹਨਾਂ ਨੇ ਐਡ ਕਰਤੀ ਹੈ ਕਿ ਅਗਰ ਕਿਸਾਨ ਹੀ ਨਹੀਂ ਹੋਏਗਾ, ਫੂਡ ਤਾਂ ਨਹੀਂ ਹੋਏਗਾ ਪਰ ਫਿਊਚਰ ਵੀ ਨਹੀਂ ਹੋਏਗਾ। ਸੋ ਉਹ ਬੱਚਿਆਂ ਨੂੰ ਸਮਝ ਹੈ, ਪਰ ਇੱਥੇ ਸਿਆਣੇ ਬਿਆਣੇ ਜਿਹੜੇ ਮੰਤਰੀ ਨੇ, ਕੇਂਦਰੀ ਮੰਤਰੀ ਨੇ, ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ, ਪਰ ਸਮਝ ਆਉਣ ਦੀ ਬਹੁਤ ਲੋੜ ਹੈ, ਕਿਉਂਕਿ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਜਿਹੜਾ ਐਡਾ ਵੱਡਾ ਹਜੂਮ ਇਕੱਠਾ ਹੋ ਰਿਹਾ, ਲੋਕੀ ਕਿਸਾਨਾਂ ਦੀ ਆਵਾਜ਼ ਵਿੱਚ ਆਪਣੀ ਆਵਾਜ਼ ਨੂੰ ਸ਼ਾਮਲ ਕਰ ਚੁੱਕੇ ਨੇ। ਇੱਕ ਜਨ ਅੰਦੋਲਨ, ਇੱਕ ਲੋਕ ਅੰਦੋਲਨ ਦਾ ਰੂਪ ਧਾਰਨ ਕਰ ਚੁੱਕਾ ਹੈ। ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਜੋ ਕਿ ਸ਼ਾਂਤਮਈ ਚੱਲ ਰਿਹਾ ਹੈ, ਜਿਸ ਵਿੱਚ ਮੰਦਭਾਗੀ ਘਟਨਾ ਹੈ ਕਿ ਇਸ ਵਿੱਚ 3 ਦਰਜਨ ਦੇ ਤਕਰੀਬਨ ਜਿਹੜੇ ਸਾਡੇ ਕਿਸਾਨ ਨੇ ਉਹ ਸ਼ਹੀਦ ਹੋ ਚੁੱਕੇ ਨੇ, ਜਿਹੜੇ ਘਰੋਂ ਤਾਂ ਨਿਕਲੇ ਸੀਗੇ ਕਿ ਹਾਂ ਵੀ ਅਸੀਂ ਹੱਕ ਲੈ ਕੇ ਵਾਪਸ ਮੁੜਾਂਗੇ, ਪਰ ਅਨਫੋਰਚੂਨੇਟਲੀ ਉਹ ਵਾਪਸ ਘਰ ਨਹੀਂ ਪਰਤਣਗੇ। ਉਹਨਾਂ ਦੀਆਂ ਮਾਵਾਂ, ਉਹਨਾਂ ਦੀ ਭੈਣਾਂ, ਉਹਨਾਂ ਦੀਆਂ ਜਿਹੜੀ ਵਾਈਫ ਜਾਂ ਬੱਚੇ ਜਿਹੜੇ ਹੋਣਗੇ ਉਹ ਦੁਬਾਰਾ ਉਹਨਾਂ ਨੂੰ ਨਹੀਂ ਵੇਖ ਪਾਣਗੇ। ਪਰ ਕੇਂਦਰ ਸਰਕਾਰ ਜੋ ਕਿ ਬਿਲਕੁਲ ਕਹਾਂਗੀ ਅੰਨੀ ਹੋ ਚੁੱਕੀ, ਜਿਸ ਨੂੰ ਆਹ ਚੀਜ਼ ਨਹੀਂ ਦੇਖ ਰਹੀ, ਪਰ ਹਾਂ ਸਾਡੇ ਜਿਹੜਾ ਨਾਲ ਦਾ ਸਾਡਾ ਜਿਹੜਾ ਕੰਟਰੀ ਹੈ, ਉੱਥੋਂ ਦੇ ਪ੍ਰਧਾਨ ਮੰਤਰੀ ਦੀ ਮਾਤਾ ਅਗਰ ਪੂਰੀ ਹੋ ਜਾਂਦੀ ਹੈ, ਸੋ ਉਹਨਾਂ ਨੂੰ ਖਤ ਲਿਖਿਆ ਜਾਂਦਾ, ਉਹਨਾਂ ਪ੍ਰਤੀ ਸਹਾਨੂਭੂਤੀ ਪੇਸ਼ ਕੀਤੀ ਜਾਂਦੀ ਹੈ, ਪਰ ਆਪਣੇ ਦੇਸ਼ ਦੇ ਲੋਕਾਂ ਦੇ ਲਈ ਇਹਨਾਂ ਕੋਲ ਲਿਖਣ ਲਈ, ਬੋਲਣ ਲਈ ਕੋਈ ਵੀ ਟਾਈਮ ਜਾਂ ਸ਼ਬਦ ਨਹੀਂ ਹੈ। ਸੋ ਬੜੀ ਮਾੜੀ ਗੱਲ ਜਿਹੜੀ ਹੈ ਕੇਂਦਰ ਸਰਕਾਰ ਹਾਲੇ ਕਰ ਰਹੀ ਹੈ। ਬਾਲੀਵੁੱਡ ਦਾ ਕੋਈ ਵੀ ਜਿਹੜਾ ਨਾਮਵਰ ਮਤਲਬ ਕਿ ਬੰਦਾ, ਸੁਸ਼ਾਂਤ ਸਿੰਘ ਕਹਿ ਲਓ, ਰਾਜਪੂਤ ਜਾਂ ਕੋਈ ਹੋਰ ਵੀ ਆਤਮ ਹੱਤਿਆ ਕਰ ਲੈਂਦਾ ਤਾਂ ਕੱਲੇ ਟੀਵੀ ਚੈਨਲ ਦੀ ਉਹ ਸੁਰਖੀ ਬਣ ਜਾਂਦਾ ਜੀ। ਔਰ ਕੱਲੇ ਟੀਵੀ ਚੈਨਲ ਤੇ ਉਹ ਖਬਰ ਸਾਰਾ ਦਿਨ ਚੱਲਦੀ ਹੈ, ਉਸ ਦੇ ਉੱਤੇ ਚਰਚਾ ਹੁੰਦੀ ਹੈ, ਵਿਚਾਰ ਗੋਸ਼ਟੀਆਂ ਹੁੰਦੀਆਂ ਨੇ, ਤੇ ਕਿਸਾਨ ਜਿਹੜੇ ਹੈ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੁੰਦੇ ਨੇ। ਔਰ ਜਿਹੜੇ ਸਾਡੇ ਵਿਕਾਊ ਮੀਡੀਆ ਨੇ ਉਹ ਇਸ ਖਬਰ ਨੂੰ ਦੱਸਣਾ ਤਾਂ ਦੂਰ ਦੀ ਗੱਲ ਹੈ, ਉਹਦੇ ਬਾਰੇ ਸੋਚਣ ਦਾ ਵੀ ਜ਼ਰੂਰੀ ਨਹੀਂ ਸਮਝਦੇ। ਔਰ ਕਿੰਨੇ ਇੱਕ ਚੈਨਲ ਨੇ ਜਿਹੜੇ ਗੋਦੀ ਮੀਡੀਆ ਦੇ ਚੈਨਲ ਹੈ, ਉਹਨਾਂ ਨੇ ਇਹ ਖਬਰ ਨੂੰ ਦਿਖਾਇਆ ਹੀ ਨਹੀਂ। ਜੇ ਮੈਂ ਕਹਿੰਦੀ ਸੋਸ਼ਲ ਮੀਡੀਆ ਦੀ ਤਾਕਤ ਨਾ ਹੁੰਦੀ ਜਾਂ ਫਿਰ ਉਹ ਚੈਨਲ ਨਾ ਹੁੰਦੇ ਜਿਹੜੇ ਕਿਸਾਨਾਂ ਦੇ ਹੱਕ 'ਚ ਆਵਾਜ਼ ਚੱਕ ਰਹੇ ਆ, ਲੋਕਾਂ ਤੱਕ ਉਹਨਾਂ ਦੀਆਂ ਸ਼ਹੀਦੀਆਂ ਬਾਰੇ ਪਹੁੰਚਦਾ ਹੀ ਨਾ। ਇਹ ਤਾਂ ਜਨ ਅੰਦੋਲਨ ਬਣਿਆ। ਔਰ ਤੁਸੀਂ ਗੱਲ ਕੀਤੀ ਕਿ ਜਿਹੜੀਆਂ ਰੈਲੀਆਂ ਹੋ ਰਹੀਆਂ ਵਿਸ਼ਵ ਪੱਧਰ ਦੇ ਉੱਤੇ, ਹੈ ਨਾ, ਦੇਖੋ ਅੱਜ ਮੈਂ ਕਿਸੇ ਬਾਹਰਲੇ ਸਾਡੇ ਵਿਦੇਸ਼ੀ NRI ਵੀਰ ਦਾ ਸੁਣ ਰਹੀ ਸੀ YouTube ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਬਿਆਨ। ਉਹ ਕਹਿ ਰਹੇ ਸੀ ਹੱਲੇ ਤਾਂ ਤੂੰ ਮੋਦੀ ਸਰਕਾਰੇ ਸ਼ੁਕਰ ਮਨਾ ਕਿ ਜਿਹੜੀਆਂ ਫਲਾਈਟਾਂ ਆ ਉਹ ਬੰਦ ਹੋਈਆਂ ਆ। ਜੇ ਕਿਤੇ ਫਲਾਈਟਾਂ ਚੱਲਦੀਆਂ ਹੁੰਦੀਆਂ ਅਸੀਂ ਫੇਰ ਤੈਨੂੰ ਦੱਸਦੇ, ਜਿਹੜੀ ਤੈਨੂੰ NRI ਭਰਾਵਾਂ ਦਾ ਪੰਜਾਬੀ ਵੀਰਾਂ ਦੇ ਨਾਲ ਜਾਂ ਭਾਰਤੀ ਵੀਰਾਂ ਦੇ ਨਾਲ ਪਿਆਰ ਚੁੱਭਦਾ, ਫੇਰ ਤੈਨੂੰ ਦੱਸਦੇ ਕਿ ਕਿੰਨਾ ਹਜ਼ੂਮ ਜਿਹੜਾ ਇਸ ਵਕਤ ਬਾਹਰਲੀਆਂ ਦੇਸ਼ਾਂ ਦੀਆਂ ਸੜਕਾਂ ਤੇ ਨਾਅਰੇਬਾਜ਼ੀ ਕਰ ਰਿਹਾ ਹੈ, ਉਹ ਪੰਜਾਬ ਨਾ ਪਹੁੰਚਿਆ ਹੁੰਦਾ ਤਾਂ ਸਾਨੂੰ ਕਹਿੰਦੇ। ਉਹਨਾਂ ਦੇ ਅੰਦਰ ਇੰਨਾ ਜਜ਼ਬਾ ਹੈ, ਉਹ ਸਾਡੇ ਲਈ ਪਿਆਰ ਉਹਨਾਂ ਦਾ ਹੈ। ਔਰ ਦੇਖੋ ਆਪਣੀ ਮਿੱਟੀ ਨਾਲ ਪਿਆਰ ਕਿਹਨੂੰ ਨਹੀਂ ਹੁੰਦਾ। ਹੁਣ ਹੰਸਰਾਜ ਹੰਸ ਹੋਣਾ ਦਾ ਇੰਨਾ ਬੁਰਾ ਬਿਆਨ ਆਉਂਦਾ ਹੈ ਕਿਸਾਨਾਂ ਨੂੰ ਲੈ ਕੇ, ਉਹ ਇੱਥੇ ਹੀ ਰਹਿ ਰਹੇ ਨੇ, ਇੱਥੋਂ ਦਾ ਹੀ ਖਾ ਰਹੇ ਨੇ। ਪੰਜਾਬ ਦੇ ਲੋਕਾਂ ਦੇ ਵਿੱਚ ਉਹ ਕਿੰਨੀ ਵਾਰੀ ਮਤਲਬ ਵਿਚਰੇ ਨੇ, ਉਹਨਾਂ ਨੂੰ ਰਾਜ ਗਾਇਕ ਦੇ ਨਾਮ ਨਾਲ ਵੀ ਸਨਮਾਨਿਤ ਕੀਤਾ ਜਾਂਦਾ ਹੈ, ਤਾਂ ਉਹ ਕਿਸਾਨਾਂ ਦੇ ਲਈ ਐਡਾ ਭੈੜਾ ਬਿਆਨ ਦਿੰਦੇ ਨੇ। ਮਤਲਬ ਉਸ ਬੰਦੇ ਨੂੰ ਆਪਣੀ ਮਿੱਟੀ ਨਾਲ ਪਿਆਰ ਨਹੀਂ, ਮੈਂ ਤਾਂ ਸਿੱਧਾ ਹੀ ਕਹਿ ਦੂੰ। ਹਾਲਾਂਕਿ ਉਹ ਜੋ ਮਰਜ਼ੀ ਇਸ ਉੱਤੇ ਬਿਆਨ ਦੇਣ ਜਾਂ ਕੁਝ ਵੀ ਕਰਨ, ਇਹ ਤਾਂ ਸਾਡੇ ਵਿਦੇਸ਼ੀ ਭੈਣ ਭਰਾਵਾਂ ਦਾ ਪਿਆਰ ਹੈ ਔਰ ਜਿਹੜਾ ਇਸ ਤਰੀਕੇ ਦੇ ਨਾਲ ਉਹ ਸਾਥ ਦੇ ਰਹੇ ਔਰ ਉਹਨਾਂ ਨੇ ਇਸ ਦਰਦ ਨੂੰ ਹੰਢਾਇਆ ਹੈ। ਦੇਖੋ ਬਹੁਤ ਸਾਰੇ ਲੋਕ ਆ ਜਿਹੜੇ ਪਾਕਿਸਤਾਨ ਤੋਂ ਉੱਜੜ ਕੇ ਆਏ ਹੋਣਗੇ 1947 ਦੇ ਵਿੱਚ, ਫਿਰ ਉਹਨਾਂ ਨੂੰ ਇੱਥੇ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਹੋਣਗੀਆਂ। ਹੁਣ ਸਾਨੂੰ ਕੋਈ ਕਹਿ ਦੇਵੇ ਕਿ ਆਪਣਾ ਘਰ-ਬਾਰ ਛੱਡ ਦਿਓ, ਗਾਂ ਜਾ ਕੇ ਤੁਹਾਨੂੰ ਦੇ ਦੇਵਾਂਗੇ। ਉਹ ਇਹਨਾਂ ਹਾਲਾਤਾਂ 'ਚੋਂ ਉਹਨਾਂ ਨੇ ਆ ਕੇ ਇਹਨਾਂ ਜ਼ਮੀਨਾਂ ਨੂੰ ਪਾਲਿਆ ਆਪਣੇ ਬੱਚਿਆਂ ਵਾਂਗ, ਹੈ ਨਾ, ਉਹਨਾਂ ਦੀ ਕਮਾਈ ਖਾਧੀ ਹੈ। ਫਿਰ ਇਹਨਾਂ ਜ਼ਮੀਨਾਂ ਦੇ ਆਸਰੇ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਹੋਣਗੇ ਕਿ ਇਹਨਾਂ ਜ਼ਮੀਨਾਂ ਦੇ ਆਸਰੇ ਅੱਜ ਬਾਹਰ ਬੈਠੇ ਨੇ, ਤੇ ਤੁਸੀਂ ਉਹਨਾਂ ਲੋਕਾਂ ਦੀਆਂ ਜ਼ਮੀਨਾਂ ਤੇ ਅੱਖ ਰੱਖੀ ਬੈਠੇ ਹੋ ਜਿਹੜੇ ਉਹਨਾਂ ਜ਼ਮੀਨਾਂ ਨੂੰ ਪੂਜਦੇ ਨੇ। ਸੋ ਬਰਨ, ਵਾਕਈ ਤੁਸੀਂ ਗੱਲ ਕੀਤੀ ਹੈ ਆਪਣੇ ਹੰਸਰਾਜ ਹੰਸ ਹੋਣਾ ਦੀ। ਸੋ ਉਹਨਾਂ ਦੀ ਉਮਰ ਹੈ ਕਿ ਉਮਰ ਦੇ ਹਿਸਾਬ ਨਾਲ ਕੀ ਗੱਲਬਾਤ ਕਰਦੇ ਨੇ, ਮੈਂ ਉਹਦੇ ਤੇ ਬਹੁਤੀ ਟਿੱਪਣੀ ਕਰਨਾ ਨਹੀਂ ਚਾਹਾਂਗਾ। ਪਰ ਜੇਕਰ ਗੱਲ ਕਰੀਏ ਅੱਜ ਕੱਲ੍ਹ ਦੇ ਸਿੰਗਰਾਂ ਦੀ, ਤਾਂ ਉਹਨਾਂ ਨੇ ਜੋ ਡਿਊਟੀ ਬੰਨੀ ਹੋਈ ਹੈ ਐ ਜੋ ਕੰਮ ਕਰ ਰਹੇ ਨੇ, ਵਾਕਈ ਤਾਰੀਫ ਦੇ ਬਿਲਕੁਲ ਕਾਬਿਲ ਨੇ। ਕਿਉਂਕਿ ਜਿੰਨੇ ਵੀ ਸਾਰੇ ਪੰਜਾਬ ਦੇ ਜਿਹੜੇ ਬਾਲੀਵੁੱਡ ਦੇ ਜਿੰਨੇ ਵੀ ਸਟਾਰ ਨੇ, ਉਹ ਲਗਾਤਾਰ ਉਹ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ, ਸ਼ੰਭੂ ਬਾਰਡਰ ਤੇ ਜਾਂ ਹੋਰ ਵੀ ਜਿੱਥੇ ਇੱਥੇ ਮੈਂ ਕਹਿੰਦਾ ਸਾਡਾ ਸਮਰਥਨ ਚੱਲ ਰਿਹਾ, ਜਿਹੜਾ ਧਰਨਾ ਚੱਲ ਰਿਹਾ, ਉੱਥੇ ਪਹੁੰਚ ਕੇ ਹਾਜ਼ਰੀ ਲਗਾ ਰਹੇ ਨੇ, ਸੇਵਾ ਕਰ ਰਹੇ ਨੇ ਤੇ ਲੋਕਾਂ ਨੂੰ ਹੋਰ ਉਤਸ਼ਾਹਿਤ ਕਰ ਰਹੇ ਨੇ। ਐਂਡ ਉਹਨਾਂ ਦੀ ਬੇਨਤੀ ਇਹੀ ਹੈ ਕਿ ਹਾਂ ਵੀ ਜਿਹੜਾ ਸਮਰਥਨ ਹੈ, ਜਿਹੜਾ ਤੁਸੀਂ ਲਗਾਤਾਰ ਦਿੰਦੇ ਰਹੋ, ਡਿਊਟੀਆਂ ਬੰਦ ਲਓ, ਪਰ ਇੱਥੇ ਜਿਹੜੀ ਆਵਾਮ ਹੈ ਉਹ ਘਟਦੀ ਨਹੀਂ ਹੋਣੀ ਚਾਹੀਦੀ, ਹੈ ਨਾ। ਜਿਹੜਾ ਇਕੱਠ ਹੋਰ ਵੱਡੇ ਤੋਂ ਵੱਡਾ ਹੋਣਾ ਚਾਹੀਦਾ, ਤਾਂ ਜੋ ਜਿਹੜੀ ਸਰਕਾਰ ਹੈ ਜਿਹੜੀ ਨਹੀਂ ਵੇਖ ਪਾ ਰਹੀ, ਉਹਨੂੰ ਦਿਖੇ ਕਿ ਹਾਂ ਵੀ ਇੰਨਾ ਵੱਡਾ ਹਜੂਮ ਜਿਹੜਾ ਇਕੱਠਾ ਹੋਇਆ ਤੇ ਕਿਉਂ ਹੋਇਆ। ਜਿਹੜਾ ਇਹ ਅੰਦੋਲਨ ਹੈ ਨਾ, ਇਹ ਪਹਿਲਾਂ ਕਿਸਾਨ ਅੰਦੋਲਨ ਸੀਗਾ, ਫਿਰ ਇਹ ਜਨ ਅੰਦੋਲਨ ਬਣ ਗਿਆ, ਫਿਰ ਵਿਸ਼ਵ ਦਾ ਮਤਲਬ ਪੂਰਾ ਅੰਦੋਲਨ ਬਣ ਗਿਆ। ਇਸ ਅੰਦੋਲਨ 'ਚ ਜਦੋਂ ਗੱਲ ਗਾਇਕਾਂ ਵਗੈਰਾ ਦੀ ਹੁੰਦੀ ਹੈ ਜਾਂ ਕਿਸੇ ਪਾਰਟੀ ਦੀ ਗੱਲ ਹੁੰਦੀ ਹੈ, ਸਭ ਤੋਂ ਵਧੀਆ ਚੀਜ਼ ਇਸ ਅੰਦੋਲਨ ਦੀ ਇਹ ਹੈ ਕਿ ਸਾਡੇ ਜਿਹੜੇ ਆਗੂ ਨੇ ਜਾਂ ਸਾਡੇ ਕਿਸਾਨ ਵੀਰ ਭੈਣਾਂ ਨੇ, ਉਹਨਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਨਾ ਇਹ ਕਿਸੇ ਪਾਰਟੀ ਦਾ ਅੰਦੋਲਨ ਹੈ,
ਨਾ ਕਿਸੇ ਇਹ ਜਾਤ ਧਰਮ ਦਾ ਅੰਦੋਲਨ ਹੈ, ਸਿਰਫ ਤੇ ਸਿਰਫ ਇਹ ਕਿਸਾਨੀ ਅੰਦੋਲਨ ਹੈ। ਔਰ ਜਦੋਂ ਇਹਦੇ ਵਿੱਚ ਜੁੜਦਾ ਹੈ ਸੈਲੀਬ੍ਰਿਟੀ ਤਬਕਾ, ਜਿਹੜੇ ਸਾਡੇ ਪੰਜਾਬੀ ਗਾਇਕ ਜਾਂ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ, ਕਲਾਕਾਰ ਤਬਕਾ ਜੁੜਦਾ ਹੈ, ਉਹ ਵੀ ਉੱਥੇ ਇੱਕ ਕਿਸਾਨ ਦੇ ਤੌਰ ਤੇ ਜਾ ਰਹੇ ਨੇ, ਕਿਸਾਨ ਦੇ ਪੁੱਤਰਾਂ ਦੇ ਤੌਰ ਤੇ ਜਾ ਰਹੇ ਨੇ। ਉੱਥੇ ਜਾ ਕੇ ਸਭ ਤੋਂ ਵਧੀਆ ਜੋ ਮੈਨੂੰ ਚੀਜ਼ ਹਲੇ ਤੱਕ ਲੱਗੀ ਹੈ, ਕੋਈ ਇਹ ਨਹੀਂ ਕਹਿ ਰਿਹਾ ਕਿ ਮੈਂ ਫਲਾਨਾ ਸਿੰਗਰ ਆ ਗਿਆ ਜਾਂ ਮੈਂ ਫਲਾਨਾ ਸੈਲੀਬ੍ਰਿਟੀ ਆ ਗਿਆ। ਉਹ ਬੜੇ ਹੀ ਆਰਾਮ ਦੇ ਨਾਲ ਉੱਥੇ ਕਿਸਾਨੀ ਪੁੱਤਰਾਂ ਦੇ ਤੌਰ ਤੇ ਜਾ ਰਹੇ ਆ। ਔਰ ਇਸ ਗੱਲ ਦੇ ਵਿੱਚ ਕੋਈ ਦੁਰਾਈ ਨਹੀਂ ਕਿ ਜਦੋਂ ਕਲਾਕਾਰ ਕਿਸੇ ਚੀਜ਼ ਦੇ ਵੱਲ ਜਾਂਦਾ ਹੈ ਜਾਂ ਪਹਿਲ ਕਦਮੀ ਕਰਦਾ ਹੈ, ਉਦੋਂ ਜਿਹੜੀ ਆਵਾਮ ਹੈ ਉਸ ਦੇ ਉੱਤੇ ਸਿੱਧਾ ਅਸਰ ਉਹਨਾਂ ਦੀਆਂ ਗੱਲਾਂ ਦਾ ਪੈਂਦਾ ਹੈ। ਕੋਈ ਮੰਨੇ ਚਾਹੇ ਨਾ ਮੰਨੇ, ਜਦੋਂ ਸਾਹਿਤ ਗੀਤ ਦੇ ਰੂਪ ਦੇ ਵਿੱਚ ਉਤਰਦਾ ਹੈ, ਸਾਹਿਤ ਨੂੰ ਅਸੀਂ ਕਿਸੇ ਹੱਕ ਦੇ ਵਿੱਚ, ਜਿੱਦਾਂ ਕਿਸਾਨਾਂ ਦੇ ਹੱਕ 'ਚ ਲਿਖ ਕੇ ਗਾਣੇ ਗਾਏ ਹੈ, ਔਰ ਜਿਹੜੇ ਗੀਤਾਂ ਨੂੰ ਗੱਡੀਆਂ ਦੇ ਵਿੱਚ ਵਜਾਇਆ ਜਾਣਾ ਸ਼ੁਰੂ ਕੀਤਾ ਹੈ, ਉਸ ਦੇ ਪਿੱਛੇ ਕਿਤੇ ਨਾ ਕਲਾਕਾਰ ਭਾਈਚਾਰੇ ਦਾ ਧੰਨਵਾਦ ਕਰਨਾ ਬਣਦਾ ਹੈ ਕਿ ਉਹਨਾਂ ਨੇ ਵੇਲੇ ਦੇ ਹਿਸਾਬ ਦੇ ਨਾਲ ਉੱਦਾਂ ਦਾ ਸਾਹਿਤ ਰਚਿਆ, ਔਰ ਉਹ ਸਾਹਿਤ ਨੇ ਗੀਤਾਂ ਦਾ ਰੂਪ ਲਿਆ, ਔਰ ਉਹ ਜਿਹੜੇ ਗੀਤ ਨੇ ਉਹ ਗੱਡੀਆਂ ਦੇ ਵਿੱਚ ਵੱਜਣੇ ਸ਼ੁਰੂ ਹੋ ਗਏ, ਟਰੈਕਟਰਾਂ ਦੇ ਉੱਤੇ ਵੱਜੇ, ਘਰਾਂ ਦੇ ਵਿੱਚ ਵੱਜੇ। ਤੁਸੀਂ ਵੀ ਦੇਖਣਾ ਕਦੇ ਜਦੋਂ ਇਦਾਂ ਦੇ ਗਾਣੇ ਅਸੀਂ ਪਲੇ ਕਰਦੇ ਹਾਂ ਨਾ ਆਪਣੀਆਂ ਗੱਡੀਆਂ ਦੇ ਵਿੱਚ, ਇੱਕ ਵੱਖਰਾ ਜੋਸ਼ ਪੈਦਾ ਹੁੰਦਾ ਹੈ ਔਰ ਧੰਨਵਾਦ ਕਰਨਾ ਬਣਦਾ ਹੈ। ਸੋ ਵਾਕਈ ਬਰਨ ਹੁਣ ਜੇ ਗੱਲ ਕਰੀਏ ਕਿਸਾਨ ਅੰਦੋਲਨ ਦੀ, ਤਾਂ ਕਿਸਾਨ ਅੰਦੋਲਨ ਇਸ ਵਕਤ ਇਸ ਕੰਡੀਸ਼ਨ ਵਿੱਚ ਪਹੁੰਚ ਚੁੱਕਿਆ ਹੈ ਕਿ ਜਿਹੜੇ ਕਿਸਾਨ ਆਗੂ ਨੇ ਸਰਕਾਰ ਨੂੰ ਸਿੱਧਾ ਕਹਿ ਰਹੇ ਨੇ ਕਿ ਜਾਂ ਤਾਂ ਕਾਨੂੰਨ ਜਿਹੜੇ ਨੇ ਸਿੱਧਾ ਰੱਦ ਕਰੋ, ਠੀਕ ਹੈ, ਜਾਂ ਸਾਨੂੰ ਦੱਸੋ ਕਿ ਅਸੀਂ ਹੋਰ ਕਿੰਨੇ ਕੁ ਦਿਨ ਬਹਿਣਾ, ਕਿਉਂਕਿ ਕਹਿੰਦੇ ਅਸੀਂ ਪੂਰਾ ਰਾਸ਼ਨ ਜਿਹੜਾ ਹੈ ਅਗਲੇ 6 ਮਹੀਨੇ ਦਾ, ਸਾਲ ਦਾ, 2 ਸਾਲ ਦਾ ਲੈ ਕੇ ਅਸੀਂ ਬੈਠੇ ਹੋਏ ਹਾਂ, ਤੁਹਾਡੀ ਬੇਸ਼ਰਮੀ ਦੇਖਣੀ ਅਸੀਂ, ਠੀਕ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਇੱਕ ਜਿਹੜੀ ਵਿੰਡੋ ਹੈ ਉਹ ਵੀ ਖੋਲੀ ਹੋਈ ਹੈ ਕਿ ਹਾਂ ਵੀ ਜੇਕਰ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ, ਪਰ ਚੰਗੀ ਗੱਲਬਾਤ ਜਿਹੜੀ ਹੈ ਉਹ ਤੁਸੀਂ ਕਰਨਾ ਚਾਹੁੰਦੇ ਹੋ, ਤੁਸੀਂ ਕਰ ਸਕਦੇ ਹੋ, ਪਰ ਹਵਾ 'ਚ ਗੱਲਾਂ ਬਾਤਾਂ ਨਹੀਂ ਕਰਨੀਆਂ, ਕਿਉਂਕਿ ਜਿਹੜੀਆਂ 5 ਮੀਟਿੰਗਾਂ ਹੋਈਆਂ ਨੇ ਉਹ ਸਾਰੀ ਹਵਾ ਦੇ ਵਿੱਚ ਹੀ ਕੀਤੀਆਂ ਗਈਆਂ ਨੇ। ਸੋ ਕਿਸਾਨਾਂ ਵੱਲੋਂ ਉਹ ਜਿਹੜਾ ਸੱਦਾ ਹੈ ਹਲੇ ਵੀ ਕੇਂਦਰ ਸਰਕਾਰ ਨੂੰ ਦਿੱਤਾ ਜਾ ਰਿਹਾ ਹੈ। ਬਾਕੀ ਦੇਖਣਾ ਪੈਂਦਾ ਹੈ ਕਿ ਹਾਂ ਵੀ ਕੇਂਦਰ ਸਰਕਾਰ ਇਸ ਉੱਪਰ ਕੀ ਜਿਹੜਾ ਹੈ ਰਿਐਕਟ ਕਰਦੀ ਹੈ। ਸੋ ਜਿਹੜੀ ਗੱਲਬਾਤ ਹੈ ਕਿਸਾਨੀ ਅੰਦੋਲਨ ਦੇ ਅਸੀਂ ਉਹ ਕਰ ਚੁੱਕੇ ਹਾਂ। ਹੁਣ ਅਸੀਂ ਜਿਹੜੀ ਗੱਲਬਾਤ ਹੈ ਹੁਣ ਕਰਾਂਗੇ ਕਰੋਨਾ ਵਾਇਰਸ ਦੇ ਐਂਡ ਵਰਲਡ ਦੀਆਂ ਹੋਰ ਅਪਡੇਟਸ ਦੇ ਬਾਰੇ। ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ। ਤੁਸੀਂ ਵੇਖਦੇ ਰਹੋ ਅਖਬਾਰਨਾਮਾ। Dr. Takkar's Medical Spa, Sacramento ਦੇ ਹੁਨਰਮੰਦ ਮੈਡੀਕਲ ਸਪਾ। ਇਹਨਾਂ ਦਾ ਮਿਹਨਤੀ ਸਟਾਫ ਤੁਹਾਨੂੰ ਬਣਾਉਂਦਾ ਹੈ ਖੂਬਸੂਰਤ ਤੇ ਸ਼ਾਨਦਾਰ। ਤੱਕਰ ਮੈਡੀਕਲ ਸਪਾ ਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ laser medical hair removal, wrinkle treatment, skin care, skin tightening, facial, volume loss, laser vein removal, dark spot removal। ਤੁਹਾਡੇ ਬਜਟ ਵਿੱਚ ਹੀ ਤੁਹਾਨੂੰ ਸ਼ਾਨਦਾਰ ਲਾਈਫਸਟਾਈਲ ਦੇਣ ਵਾਲੇ Dr. Takkar's Medical Spa, 8191 Timberlake Way, Suite 350, Sacramento, California 95823. Phone 916-688-9994. Phone 916-688-9994। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅਖਬਾਰਨਾਮਾ। ਤੁਸੀਂ ਗੱਲ ਕੀਤੀ ਹੈ ਕਿ ਵਰਲਡ ਅਪਡੇਟ ਦੀ ਅਗਲੀ ਆਪਾਂ ਗੱਲ ਕਰਨੀ ਸੀ ਜਿਹੜੀ ਬ੍ਰੇਕ ਤੋਂ ਬਾਅਦ ਕਰੋਨਾ ਦੀ। ਯੂਕੇ ਦੇ ਵਿੱਚ ਕਰੋਨਾ ਵਾਇਰਸ ਨੇ ਇੱਕ ਨਵਾਂ ਰੂਪ ਲੈ ਲਿਆ ਔਰ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਚਿੰਤਾਜਨਕ ਗੱਲ ਇਹ ਹੈ ਕਿ ਹਲੇ ਕਿਸੇ ਨੂੰ ਪਤਾ ਨਹੀਂ ਕਿ ਉਸ ਤੋਂ ਕਿੰਨਾ ਜ਼ਿਆਦਾ ਘਾਤਕ ਹੈ, ਕਿ ਆਹ ਵਾਲੀਆਂ ਦਵਾਈਆਂ ਉਹਨਾਂ ਤੇ ਅਸਰ ਕਰਦੀਆਂ ਕਿ ਨਹੀਂ ਕਰਦੀਆਂ। ontario ਦੇ ਵਿੱਚ ਵੀ ਪੂਰੇ ਤਰੀਕੇ ਦੇ ਨਾਲ ਲੋਕਡਾਊਨ ਕਰ ਦਿੱਤਾ ਗਿਆ ਹੈ। ਨਿਊ ਈਅਰ ਦਾ ਜਿਹੜਾ ਕ੍ਰਿਸਮਸ ਦਾ ਮੌਕਾ ਹੈ, ਕਹਿੰਦੇ ਪੂਰਾ ਲੋਕਡਾਊਨ ਕਰ ਦਿੱਤਾ ਜਾਏਗਾ ਉਸ ਦੇ ਉੱਤੇ ਵੀ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਚੱਲ ਚੁੱਕਿਆ ਕਿ ਹਾਂ ਵੀ ਯੂਕੇ ਦੇ ਵਿੱਚ ਕਰੋਨਾ ਵਾਇਰਸ ਇੱਕ ਨਵੀਂ ਸਟ੍ਰੇਨ ਜਿਹੜੀ ਹੈ ਸਾਹਮਣੇ ਆ ਚੁੱਕੀ। ਉੱਥੋਂ ਦੇ ਕੁਝ ਲੋਕਾਂ ਨੂੰ ਜਿਹੜਾ ਨਵਾਂ ਕਰੋਨਾ ਵਾਇਰਸ ਅਸੀਂ ਕਹਿ ਸਕਦੇ ਹਾਂ ਉਹ ਹੋ ਗਿਆ ਹੈ ਐਂਡ ਕਾਫੀ ਜਿਹੜਾ ਡਰ ਦਾ ਮਾਹੌਲ ਹੈ ਕਾਫੀ ਸਾਰੇ ਮੁਲਕਾਂ ਵਿੱਚ ਪਾਇਆ ਜਾ ਰਿਹਾ, ਜਿਸ ਕਾਰਨ ਯੂਕੇ ਦੇ ਨਾਲ ਜਿੰਨੀਆਂ ਵੀ ਸਾਰੀਆਂ ਫਲਾਈਟ ਸੀਗੀਆਂ ਆਉਣ ਜਾਣ ਵਾਲੀਆਂ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ। ਐਂਡ ਈਵਨ ਕੱਲ ਭਾਰਤ ਨੇ ਵੀ ਅਨਾਉਂਸ ਕਰ ਦਿੱਤਾ ਕਿ ਹਾਂ ਵੀ ਅਸੀਂ ਵੀ ਜਿਹੜੀ ਹੈ ਫਲਾਈਟਸ ਵਗੈਰਾ ਹੈ ਜਿਹੜੀਆਂ ਅੱਜ ਤੋਂ ਬਾਅਦ ਯਾਨੀ ਕਿ ਮੰਗਲਵਾਰ ਤੋਂ ਬਾਅਦ ਜਿਹੜੀਆਂ ਹੈ ਉਹ ਅਸੀਂ ਨਹੀਂ ਰਿਸੀਵ ਕਰਾਂਗੇ ਜਾਂ ਫਿਰ ਨਹੀਂ ਅਸੀਂ ਉੱਥੇ ਤੋਰਾਂਗੇ। ਸੋ ਜਿਹੜੀਆਂ ਫਲਾਈਟ ਜਿਹੜੀਆਂ ਅੱਜ ਟੁਕੀਆਂ ਨੇ ਅੰਮ੍ਰਿਤਸਰ 에ਅਰਪੋਰਟ ਦੇ ਵਿੱਚ, ਉੱਥੇ ਲੋਕਾਂ 'ਚ ਕਾਫੀ ਥੋੜ੍ਹਾ ਡਰ ਦਾ ਮਾਹੌਲ ਪੈਦਾ ਹੋ ਗਿਆ ਸੀਗਾ, ਪਰ ਫਿਰ ਜਿਹੜੇ SOP ਨੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿਹੜੇ ਸੀਗੇ ਸਰਕਾਰ ਨੇ ਲਾਗੂ ਕਰ ਦਿੱਤੇ ਕਿ ਹਾਂ ਵੀ ਉਹਨਾਂ ਨੂੰ ਸੈਪਰੇਟ ਰੱਖਿਆ ਜਾਏਗਾ। 242 ਜਿਹੜੇ ਯਾਤਰੀ ਆਏ ਨੇ, ਕਿਉਂਕਿ ਹੈਗੇ ਤਾਂ ਵੀ ਯਾਤਰੀ ਨੇ, ਤੁਸੀਂ ਉਹਨਾਂ ਨੂੰ ਵੱਖਰਾ ਕੋਈ ਬਹੁਤਾ ਉਹਨਾਂ ਨੂੰ ਟਰੀਟ ਤਾਂ ਨਹੀਂ ਕਰ ਸਕਦੇ। ਬਸ ਅਗਰ ਤੁਹਾਨੂੰ ਖਤਰਾ ਹੈ ਤੁਸੀਂ ਬੇਸਿਕਲੀ ਉਹਨੂੰ ਉਸ ਖਤਰੇ ਦੇ ਅਕੋਰਡਿੰਗ, ਉਸ ਮਾਪਦੰਡ ਦੇ ਅਕੋਰਡਿੰਗ ਤੁਸੀਂ ਉਸ ਵੱਖਰਾ ਆਈਸੋਲੇਟ ਕਰਤਾ ਐਂਡ ਬਾਕੀ ਫਿਰ ਉਹਨਾਂ ਦੇ ਟੈਸਟ ਵਗੈਰਾ ਨੇ ਉਹ ਹੋਣਗੇ। ਪਰ ਕਾਫੀ ਕੰਟਰੀਜ਼ ਨੇ ਜਿਹੜਾ ਯੂਕੇ ਦੇ ਨਾਲ ਜਿਹੜੀ ਮੈਂ ਗੱਲਬਾਤ ਕੀਤੀ ਹੈ ਕਿ ਹਾਂ ਵੀ ਜਿਹੜਾ ਫਲਾਈਟਸ ਦਾ ਸਿਲਸਿਲਾ ਹੈ ਉਹ ਬੰਦ ਕਰ ਦਿੱਤਾ। ਸੋ ਮੈਨੂੰ ਲੱਗਦਾ ਕਿ ਹਾਂ ਬਈ ਵਰੁਣ ਜਿਹੜਾ ਡਰ ਹੈ ਉਹ ਜਾਇਜ਼ ਵੀ ਹੈ, ਕਿਉਂਕਿ ਪਿਛਲੀ ਵਾਰ ਇੱਦਾਂ ਹੀ ਹੋਇਆ ਸੀਗਾ ਜਦੋਂ ਚਾਈਨਾ ਦੇ ਵੁਹਾਨ ਸ਼ਹਿਰ ਤੋਂ ਜਦੋਂ ਕੋਈ ਚੀਜ਼ ਸ਼ੁਰੂ ਹੋਈ ਸੀਗੀ, ਉਦੋਂ ਕਾਫੀ ਸਾਰੀ ਕੰਟਰੀਜ਼ ਨੇ ਲਾਈਟਲੀ ਲੈ ਲਿਆ ਸੀਗਾ। ਅਮਰੀਕਾ ਤੇ ਇੰਡੀਆ ਇਹੋ
ਇਹੋ ਜਿਹੇ ਮੁਲਕ ਨੇ ਜਿਨ੍ਹਾਂ ਨੇ ਉਹਨਾਂ ਨੂੰ ਲਾਈਟਲੀ ਲੈ ਲਿਆ ਸੀਗਾ ਐਂਡ ਕਿਹਾ ਸੀਗਾ ਕਿ ਸਾਨੂੰ ਬਹੁਤਾ ਡਰਨ ਦੀ ਲੋੜ ਨਹੀਂ ਹੈ। ਪਰ ਅਗਰ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਸਫ਼ਰ ਹੈ ਉਹ ਅਮਰੀਕਾ ਤੇ ਭਾਰਤ ਨੇ ਹੀ ਕੀਤਾ, ਕਿਉਂਕਿ ਇੰਨੀਆਂ ਸਾਰੀਆਂ ਜਾਨਾਂ ਸਾਡੇ ਇੱਥੇ ਗਈਆਂ ਵਾ, ਇੰਨੇ ਸਾਰੇ ਲੋਕ ਜਿਹੜੇ ਨੇ ਉਹ ਇਸ ਵਕਤ ਕਰੋਨਾ ਪ੍ਰਭਾਵਿਤ ਨੇ ਐਂਡ ਹਾਲੇ ਵੀ ਹਰ ਰੋਜ਼ ਕਿੰਨੇ ਸਾਰੇ ਕੇਸ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਭਾਰਤ ਵਿੱਚ ਭਾਵੇਂ ਜਿਹੜੀ ਨੰਬਰ ਹੈ ਥੋੜੇ ਘੱਟ ਗਏ ਨੇ, ਪਰ ਅਮਰੀਕਾ ਵਿੱਚ ਜਿਹੜਾ ਨੰਬਰ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ। ਸੋ ਇਸ ਕੰਡੀਸ਼ਨ ਵਿੱਚ ਜੇਕਰ ਕੋਈ ਨਵੀਂ ਚੀਜ਼ ਸਾਹਮਣੇ ਆਉਂਦੀ, ਕੋਈ ਨਵਾਂ ਅਪਡੇਟ ਸਾਹਮਣੇ ਆਉਂਦਾ, ਕੋਈ ਨਵਾਂ ਮਿਊਟੈਂਟ ਹੈ ਕਰੋਨਾ ਵਾਇਰਸ ਸਾਹਮਣੇ ਆਉਂਦਾ, ਤਾਂ ਸਾਨੂੰ ਸਾਰਿਆਂ ਨੂੰ ਸੁਚੇਤ ਲੈਣ ਦੀ ਬਹੁਤ ਲੋੜ ਹੈ। ਤੁਸੀਂ ਕੰਮ ਤੇ ਜਾਂਦੇ ਹੋ, ਸਕੂਲ ਜਾਂਦੇ ਹੋ, ਕਾਲਜ ਜਾਂਦੇ ਹੋ, ਜਿੱਥੇ ਵੀ ਜਾਂਦੇ ਹੋ, ਪਰ ਜਿਹੜੀ ਹਦਾਇਤਾਂ ਸਾਨੂੰ ਆਪਣੀ ਸਰਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਫੋਲੋ ਕਰੋ, ਤਾਂ ਹੀ ਤੁਸੀਂ ਐਂਡ ਤੁਹਾਡਾ ਪਰਿਵਾਰ ਪੂਰਾ ਉਹ ਸੇਫ ਰਹਿ ਪਾਵੇਗਾ। ਜੀ ਬਿਲਕੁਲ। ਔਰ ਜਿਸ ਤਰੀਕੇ ਦੇ ਨਾਲ ਅੱਜ ਅੰਮ੍ਰਿਤਸਰ ਤੇ ਇੱਕ ਫਲਾਈਟ ਨੂੰ ਰੋਕਿਆ ਗਿਆ, ਉਸ ਤੋਂ ਬਾਅਦ ਜਿਹੜੇ ਯਾਤਰੀ ਸੀ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਰੌਲਾ ਰੱਪਾ ਵੀ ਪਿਆ। ਫਿਲਹਾਲ ਇੱਥੇ ਇੱਕ ਸਮਝ ਤੋਂ ਲੈਣ ਵਾਲੀ ਗੱਲ ਹੈ, ਸਮਝ ਲੈਣੀ ਚਾਹੀਦੀ ਹੈ ਇਸ ਗੱਲ ਫਿਲਹਾਲ ਇਹ ਸਮਝਣ ਵਾਲੀ ਗੱਲ ਹੈ ਔਰ ਜ਼ਰੂਰੀ ਵੀ ਹੈ ਕਿ ਸ਼ਾਂਤੀ ਦੇ ਨਾਲ, ਸੰਜਮ ਦੇ ਨਾਲ ਇੱਥੇ ਕੰਮ ਲਿਆ ਜਾਵੇ, ਕਿਉਂਕਿ ਜੇ ਹਫੜਾ ਦਫੜੀ ਦੇ ਵਿੱਚ ਰੱਬ ਨਾ ਕਰੇ ਤੁਹਾਡੇ 'ਚ ਕੋਈ ਕਰੋਨਾ ਵਾਇਰਸ ਦਾ ਪੇਸ਼ੈਂਟ ਹੈ, ਉਸ ਦਾ ਟੈਸਟ ਨਹੀਂ ਹੁੰਦਾ, ਏਅਰਪੋਰਟ ਦੇ ਉੱਤੇ ਸਖਤੀ ਨਹੀਂ ਹੁੰਦੀ, ਤਾਂ ਤੁਹਾਡੀ ਫੈਮਿਲੀ ਨੂੰ ਹੀ ਨੁਕਸਾਨ ਕਰ ਸਕਦਾ ਹੈ ਪਹਿਲਾਂ, ਤਾਂ ਕਿ ਫਿਰ ਆਂਢ ਗੁਆਂਢ, ਮੁਹੱਲੇ ਔਰ ਪੂਰੀ ਦੁਨੀਆ 'ਚ, ਕਿਉਂਕਿ ਕਿਸੇ ਨੇ ਨਹੀਂ ਸੀ ਸੋਚਿਆ ਕਿ ਚੀਨ ਦਾ ਇਹ ਵਾਇਰਸ ਪੂਰੀ ਦੁਨੀਆ 'ਚ ਇੰਨਾ ਭਿਆਨਕ ਰੂਪ ਲਏਗਾ। ਔਰ ਜਿਸ ਤਰੀਕੇ ਦੇ ਨਾਲ ਹੁਣ ਹਾਲਾਤ ਦੁਬਾਰਾ ਵਿਗੜਨੇ ਸ਼ੁਰੂ ਹੋਏ ਨੇ, ਪਹਿਲਾਂ ਵੀ ਮਾਹਿਰਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਜਦੋਂ ਸਰਦੀਆਂ ਆਉਣਗੀਆਂ ਉਦੋਂ ਕਰੋਨਾ ਜ਼ਿਆਦਾ ਫੈਲਣ ਦਾ ਡਰ ਰਹੇਗਾ, ਔਰ ਉਹ ਡਰ ਸੱਚ ਸਾਬਤ ਹੋ ਗਿਆ, ਕਿਉਂਕਿ ਕਰੋਨਾ ਦੁਬਾਰਾ ਫੈਲਣਾ ਸ਼ੁਰੂ ਹੋ ਗਿਆ ਔਰ ਨਵੇਂ ਲੱਛਣਾਂ ਦੇ ਨਾਲ ਫੈਲ ਰਿਹਾ। ਇਹ ਉਸ ਤੋਂ ਵੀ ਜ਼ਿਆਦਾ ਖਤਰਨਾਕ ਚੀਜ਼ ਹੈ, ਪਰ ਡਰਨ ਦੇ ਨਾਲੋਂ ਸਮਝਣ ਦੀ ਜ਼ਰੂਰਤ ਸਾਨੂੰ ਜ਼ਿਆਦਾ ਹੈ, ਕਿਉਂਕਿ ਫਿਜ਼ੀਕਲ ਜਿਹੜਾ ਡਿਸਟੈਂਸ ਹੈ ਉਹ ਹੋਵੇ ਪ੍ਰੋਪਰ, ਤੁਸੀਂ ਮਾਸਕ ਪਾ ਕੇ ਰੱਖੋ ਔਰ ਮਾਸਕ ਜਿਹੜੇ ਪ੍ਰੋਟੈਕਟਿਵ ਮਾਸਕ ਜਿੰਨੇ ਵੇਅਰ ਕਰੋ ਔਰ ਆਪਣੇ ਹੱਥਾਂ ਨੂੰ ਬਾਰ-ਬਾਰ ਸੈਨੀਟਾਈਜ਼ ਕਰਦੇ ਰਹੋ। ਇਹ ਜ਼ਰੂਰੀ ਹੈ ਇਹ ਚੀਜ਼ਾਂ ਇਸ ਸਮੇਂ ਦੀਆਂ। ਔਰ ਹੈਂਡ ਵਾਸ਼ ਜ਼ਿਆਦਾ ਕਰੋ, ਸੈਨੀਟਾਈਜ਼ਰ ਦੀ ਵਰਤੋਂ ਤਾਂ ਚਲੋ ਆਪਾਂ ਕਰਦੇ ਹੀ ਹਾਂ ਜਦੋਂ ਸਾਡੇ ਕੋਲ ਪਾਣੀ ਨਹੀਂ ਹੁੰਦਾ, ਪਰ ਜੋ ਕੰਮ ਇੱਕ ਤੁਹਾਡਾ ਹੈਂਡ ਵਾਸ਼ ਸਾਬਣ ਪਾਣੀ ਦੇ ਨਾਲ ਰਲ ਕੇ ਕਰ ਸਕਦਾ ਉਹ ਸੈਨੀਟਾਈਜ਼ਰ ਨਹੀਂ ਕਰ ਸਕਦਾ। ਤੇ ਜੇ ਦੇਸ਼ਾਂ ਦੇ ਵਿੱਚ ਸਥਿਤੀ ਵਿਗੜਦੀ ਹੈ ਕਿਸੇ ਵੀ ਦੇਸ਼ ਦੇ ਵਿੱਚ, ਤਾਂ ਇਸ ਤੋਂ ਸੰਭਾਲਣਾ ਇਕੱਲਾ ਸਰਕਾਰ ਜਾਂ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਦਾ ਹੀ ਕੰਮ ਨਹੀਂ, ਲੋਕਾਂ ਨੂੰ ਵੀ ਪ੍ਰੋਪਰ ਉਹਨਾਂ ਸਾਥ ਦੇਣਾ ਚਾਹੀਦਾ ਹੈ ਇਸ ਚੀਜ਼ ਦੇ ਵਿੱਚ। ਬਿਲਕੁਲ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਅਮਰੀਕਾ ਦੀ, ਕਿਉਂਕਿ ਅਮਰੀਕਾ ਤੋਂ ਨੋ ਡਾਊਟ ਕਾਫੀ ਸਾਰੇ ਕੇਸ ਸਾਹਮਣੇ ਆਏ ਨੇ, ਤੇ ਥੋੜੀ ਪੋਜ਼ਿਟਿਵਿਟੀ ਦੀ ਹੋਪ ਜਿਹੜੀ ਹੈ ਉਹ ਵੀ ਅਮਰੀਕਾ ਤੋਂ ਆਈ ਹੈ, ਕਿਉਂਕਿ ਜਿਹੜੀ ਦੂਜੀ ਮੈਡੀਸਿਨ ਦੀ ਅਸੀਂ ਗੱਲ ਕੀਤੀ ਸੀ, ਮੈਡਰਨਾ ਜਿਹੜੀ ਮੈਡੀਸਿਨ ਹੈ ਉਸ ਨੂੰ ਜਿਹੜੀ ਮਨਜ਼ੂਰੀ ਮਿਲ ਚੁੱਕੀ ਹੈ, ਉਸ ਨੂੰ ਜਿਹੜਾ ਐਮਰਜੈਂਸੀ ਯੂਜ਼ ਹੋਣਾ ਸ਼ੁਰੂ ਹੋ ਚੁੱਕਿਆ। ਸੋ ਜੇਕਰ ਗੱਲ ਕਰੀਏ, ਸਭ ਤੋਂ ਵੱਡੀ ਗੱਲ ਕਰੀਏ ਵਰੁਣ, ਕਿ ਅਮਰੀਕਾ ਦੇ ਜਿਹੜੇ ਚੁਣੇ ਗਏ ਰਾਸ਼ਟਰਪਤੀ ਨੇ ਜੋ ਕਿ 20 ਜਨਵਰੀ ਨੂੰ ਸਹੁੰ ਚੁੱਕਣ ਜਾ ਰਹੇ ਨੇ ਐਂਡ ਅਫੀਸ਼ੀਅਲ ਜਿਹੜੇ ਨੇ ਉੱਥੋਂ ਦੇ ਹੁਣ ਰਾਸ਼ਟਰਪਤੀ ਬਣਨ ਜਾ ਰਹੇ ਨੇ, 78 ਸਾਲਾਂ ਦੇ ਜੋ ਬਿਡਨ, ਹਨਾ, ਕਈ ਜੋ ਬਾਈਡਨ ਵੀ ਬੋਲਦੇ ਆ, ਠੀਕ ਹੈ। ਸੋ ਉਹ ਜਿਹੜੀ ਨੇ ਉਹ ਵੈਕਸੀਨੇਸ਼ਨ ਉਹਨਾਂ ਨੇ ਅੱਜ ਲਈ ਹੈ ਐਂਡ ਟੈਲੀਵਿਜ਼ਨ ਤੇ ਲਾਈਵ ਉਸਦਾ ਬ੍ਰੋਡਕਾਸਟ ਕੀਤਾ ਗਿਆ। ਸੋ ਇੱਕ ਦੇਸ਼ ਦੇ ਰਾਸ਼ਟਰਪਤੀ ਜਦੋਂ ਮੋਹਰੇ ਹੋ ਕੇ ਇਹੋ ਜਿਹਾ ਕੰਮ ਕਰਦੇ ਨੇ ਐਂਡ ਲੋਕਾਂ ਨੂੰ ਪੋਜ਼ਿਟਿਵਿਟੀ ਦਿੰਦੇ ਨੇ ਕਿ ਹਾਂ ਵੀ ਕੋਈ ਚੱਕਰ ਨਹੀਂ, ਹਨਾ, ਪੰਜਾਬੀ ਵਾਂਗੂ ਕੋਈ ਚੱਕਰ ਨਹੀਂ, ਮੈਂ ਮੈਡੀਸਿਨ ਲੈ ਰਿਹਾ ਵਾਂ, ਅਸੀਂ ਇਸ ਤੋਂ ਬਾਹਰ ਨਿਕਲਣਾ ਵਾ, ਦੁਬਾਰਾ ਜਿਹੜੀ ਆਪਣੀ ਪਹਿਲੀ ਵਾਲੀ ਜਿਹੜੀ ਕੰਡੀਸ਼ਨ ਸੀਗੀ ਅਸੀਂ ਦੁਬਾਰਾ ਉਸ ਤੇ ਲੌਟਣਾ ਵਾ ਐਂਡ ਦੁਬਾਰਾ ਫਿਰ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ। ਸੋ ਮੈਨੂੰ ਲੱਗਦਾ ਕਿ ਜਿੱਥੇ ਅਸੀਂ ਨੋ ਡਾਊਟ ਡਰ ਰਹੇ ਹਾਂ ਥੋੜਾ ਬਹੁਤਾ ਜਿਹੜਾ ਯੂਕੇ ਦਾ ਨਵਾਂ ਜਿਹੜਾ ਸਟ੍ਰੇਨ ਹੈ ਕਰੋਨਾ ਵਾਇਰਸ ਦਾ, ਪਰ ਉਹਦੇ ਵਿੱਚ ਅਮਰੀਕਾ ਦੇ ਐਡੇ ਵੱਡੇ ਜਿਹੜੇ ਰਾਸ਼ਟਰਪਤੀ ਨੇ, ਹਨਾ, ਸੋ ਉਹ ਅੱਗੇ ਮੋਹਰੇ ਆ ਕੇ ਮੈਂ ਕਹਿੰਦਾ ਕਿ ਇੰਜੈਕਸ਼ਨ ਲੈਂਦੇ ਨੇ ਤੇ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ, ਮੋਟੀਵੇਟ ਕਰਦੇ ਨੇ। ਨੋਟ ਈਵਨ USA ਦੇ ਲੋਕਾਂ ਨੂੰ, ਵਰਲਡ ਵਾਈਡ ਦੇ ਲੋਕਾਂ ਨੂੰ ਕਰ ਰਹੇ ਨੇ ਕਿ ਹਾਂ ਵੀ 78 ਸਾਲਾਂ ਦੇ ਅਗਰ ਉਹ ਜਿਹੜੀ ਮੈਡੀਸਿਨ ਹੈ, ਵੈਕਸੀਨੇਸ਼ਨ ਨੇ ਲੈ ਸਕਦੇ ਨੇ, ਸੋ ਅਸੀਂ ਸਾਰੇ ਵੀ ਉਸ ਦੀ ਵੈਕਸੀਨੇਸ਼ਨ ਨੂੰ ਆਪਣਾ ਜਿਹੜਾ ਸਵਾਗਤ ਹੈ ਸਾਨੂੰ ਕਰਨਾ ਚਾਹੀਦਾ ਹੈ। ਜੀ, ਜੋ ਬਾਈਡਨ ਨੇ ਆਪਣੇ ਬਿਆਨ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਉਹ ਇਹ ਵੈਕਸੀਨੇਸ਼ਨ ਨੂੰ ਆਪਣੇ ਉੱਤੇ ਇਸ ਲਈ ਅਪਲਾਈ ਕਰ ਰਹੇ ਨੇ ਕਿ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਹੈ ਉਹ ਖਤਮ ਹੋਵੇ। ਉਹਨਾਂ ਨੂੰ ਇਹ ਵਿਸ਼ਵਾਸ ਦਿਲਵਾਉਣ ਦੇ ਲਈ ਉਹਨਾਂ ਨੇ ਇਹ ਕਦਮ ਚੁੱਕਿਆ ਹੈ ਕਿ ਲੋਕੀ ਜਿਹੜੇ ਇਸ ਡਰ ਤੋਂ ਬਾਹਰ ਨਿਕਲ ਕੇ ਵੈਕਸੀਨੇਸ਼ਨ ਨੂੰ ਖੁਸ਼ੀ ਮਤਲਬ ਕਿ ਹਿੰਮਤ ਦੇ ਨਾਲ ਆਪਣੇ ਤੇ ਅਪਲਾਈ ਕਰ ਸਕਣ। ਔਰ ਇਹ ਵਾਕਈ ਹਿੰਮਤ ਦੀ ਗੱਲ ਹੈ ਕਿ ਜਿਹੜਾ ਜਜ਼ਬਾ ਉਹਨਾਂ ਨੇ ਦੇਸ਼ ਵਾਸੀਆਂ ਦੇ ਲਈ ਦਿਖਾਇਆ ਹੈ, ਜੋ ਬਾਈਡਨ ਨੇ, ਬਹੁਤ ਹਿੰਮਤ ਹੈ ਵਾਕਈ। ਸੋ ਦੁਬਾਰਾ ਫਿਰ ਅਸੀਂ ਭਾਰਤ ਵੱਲ ਮੁੜਦੇ ਹਾਂ। ਇੱਕ ਬੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਾਂ ਵੀ ਜਿਹੜੇ ਭਾਰਤੀ ਇੰਡੀਅਨ ਕ੍ਰਿਕਟ ਟੀਮ ਦੇ ਜਿਹੜੇ ਪਲੇਅਰ ਨੇ ਜਿਹਨਾਂ ਨੇ ਰੀਸੈਂਟਲੀ ਰਿਟਾਇਰਮੈਂਟ ਲਈ ਹੈ, ਸੁਰੇਸ਼ ਰੈਨਾ, ਤੇ ਉਸ ਤੋਂ ਇਲਾਵਾ ਜਿਹੜੇ ਕਾਫੀ ਮਸ਼ਹੂਰ ਜਿਹੜੇ ਹਨ ਪੰਜਾਬੀ ਐਂਡ ਬਾਲੀਵੁੱਡ ਐਂਡ ਈਵਨ ਹਾਲੀਵੁੱਡ ਵਿੱਚ ਵੀ ਗਾਣੇ ਗਾ ਚੁੱਕੇ ਨੇ, ਗੁਰੂ ਰੰਧਾਵਾ, ਉਹਨਾਂ ਨੂੰ ਮੁੰਬਈ ਦੇ ਡਰੈਗਨੋਫਲਾਈ ਪੱਬ ਦੇ ਵਿੱਚ ਪੁਲਿਸ ਨੇ ਛਾਪੇ ਮਾਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਸੀਗਾ, ਕਿਉਂਕਿ ਇੱਕ ਤਾਂ ਲੋਕਡਾਊਨ ਦੇ ਸਮੇਂ ਦੇ ਵਿੱਚ ਜਿਹੜਾ ਹੈ ਉੱਥੇ ਪਾਰਟੀ ਕਰ ਰਹੇ ਸੀਗੇ ਐਂਡ ਸ਼ਾਇਦ ਡਰੱਗ ਦਾ ਮਾਮਲਾ ਵੀ ਹੋ ਸਕਦਾ। ਇਸ ਬਾਰੇ ਹੈ ਜਿਹੜੀ ਉੱਥੋਂ ਦੀ ਪੁਲਿਸ ਨੇ ਉਹਨਾਂ ਨੇ ਕੋਈ ਪੁਸ਼ਟੀ ਨਹੀਂ ਕੀਤੀ ਐਂਡ ਗੱਲ ਦੇਖੋ, ਸੈਲੀਬ੍ਰਿਟੀ ਨੇ ਐਂਡ 10 ਮਿੰਟਾਂ ਬਾਅਦ ਹੀ ਹੁਣ ਖਬਰ ਅਪਡੇਟ ਹੋਈ ਹੈ ਕਿ ਹਾਂ ਵੀ ਉਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਵੀ ਹੋ ਚੁੱਕੀ ਹੈ। ਸੋ ਅਗਰ ਕੋਈ ਆਮ ਆਦਮੀ ਕਿਸੇ ਵੀ ਨਿੱਕੇ ਮੋਟੇ ਕੇਸ ਵਿੱਚ ਫੜਿਆ ਜਾਂਦਾ ਹੈ ਤਾਂ ਕਿੰਨੇ ਲੰਮੇ ਸਮੇਂ ਲਈ ਅੰਦਰ ਜਾਂਦਾ ਹੈ,
ਪਰ ਇੱਥੇ ਵੱਡੀਆਂ ਸੈਲੀਬ੍ਰਿਟੀਆਂ ਉਹਨਾਂ ਲਈ ਕੋਈ ਆਮ ਗੱਲ ਹੈ ਹਨਾ, ਹਾਂ ਵੀ ਉਹ ਰਾਤ ਨੂੰ ਜਾਂ ਕੁਝ ਵੀ ਪਾਰਟੀ ਵਗੈਰਾ ਕਰਦੇ ਨੇ, ਕੁਝ ਵੀ ਕਰਦੇ ਨੇ, ਸਵੇਰੇ ਖਬਰ ਤੱਕ ਨਹੀਂ ਬਣਦੀ ਕਿ ਹਾਂ ਵੀ ਰਾਤ ਨੂੰ ਕੋਈ ਅਜਿਹੀ ਗੱਲ ਵੀ ਹੋਈ ਸੀ। ਇਹਨੂੰ ਤੇ ਕਹਿੰਦੇ ਬਿਕਾਊ ਮੀਡੀਆ। ਹੁਣ ਆਪਾਂ ਸਵਾਲ ਚੁੱਕਿਆ ਹੀ ਹੈ ਨਾ ਮਤਲਬ ਕਿ ਜਿਹੜਾ ਪੰਜਾਬ ਮੇਲ USA TV ਚੈਨਲ ਹੈ ਹਰੇਕ ਖਬਰ ਨੂੰ ਸਾਫ਼ ਤੌਰ ਤੇ ਪਹੁੰਚਾਉਂਦਾ ਹੈ। ਇਹ ਤਾਂ ਹੁਣ ਇੱਥੇ ਮੀਡੀਆ ਵਾਲਿਆਂ ਦੀ, ਉਹਨਾਂ ਮੀਡੀਆ ਵਾਲਿਆਂ ਦੀ ਗਲਤੀ ਹੈ ਕਿ ਜਿਹੜੇ ਇਹੋ ਜਿਹੀਆਂ ਖਬਰਾਂ ਨੂੰ ਪੈਸੇ ਦੇ ਦਬਾਅ ਹੇਠ ਦੱਬ ਦਿੰਦੇ ਨੇ, ਜਾਂ ਫਿਰ ਸਿਰਫ ਇਸ ਲਈ ਦੱਬ ਦਿੰਦੇ ਨੇ ਕਿ ਕੱਲ੍ਹ ਨੂੰ ਮਤਲਬ ਕਿ ਉਹਨਾਂ ਤੇ ਨਾ ਸਵਾਲ ਚੱਕੇ ਜਾਣ। ਡਰੱਗ ਦੇ ਕੇਸ ਬਾਲੀਵੁੱਡ ਦੇ ਸੁਸ਼ਾਂਤ ਤੋਂ ਬਾਅਦ ਉੱਦਾਂ ਵੀ ਬਹੁਤ ਜ਼ਿਆਦਾ ਵੱਧ ਗਏ, ਬਾਰੋ ਵਾਰੀ ਕਿਸੇ ਨਾ ਕਿਸੇ ਤੇ ਜਿਹੜੀ ਤੋਹਮਤ ਹੈ ਉਹ ਲੱਗਦੀ ਆਈ ਹੈ। ਹੁਣ ਇਹ ਨਹੀਂ ਪਤਾ ਇਹ ਵੀ ਉਸੇ ਰੀਲ ਦੇ ਅੰਡਰ ਆਉਂਦੇ ਨੇ ਜਾਂ ਇਹਨਾਂ ਦਾ ਕੋਈ ਹੋਰ ਕੇਸ ਬਣਦਾ। ਇੱਕ ਤੁਸੀਂ ਗੱਲ ਕੀਤੀ ਹੈ ਕਿ ਸਾਡੇ ਮਤਲਬ ਕਿ ਆਮ ਬੰਦਾ ਹੁੰਦਾ ਤਾਂ ਤੁਸੀਂ ਕਹਿੰਦੇ ਹੋ ਉਹਦੀ ਜ਼ਮਾਨਤ, ਮੈਨੂੰ ਤਾਂ ਲੱਗਦਾ ਉਹਨੂੰ ਕਿੰਨੀ ਦੇਰ ਵਿਚਾਰੇ ਨੂੰ ਵਕੀਲ ਹੀ ਨਹੀਂ ਸੀ ਮਿਲਣਾ ਕਿ ਉਹਦੇ ਲਈ ਕੋਈ ਜ਼ਮਾਨਤ ਕਰਾ ਸਕੇ। ਇਹ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤੀ ਪ੍ਰਗਟਾਉਣੀ ਹੈ। ਸੋ ਖਬਰ ਜਿਹੜੀ ਥੋੜੀ ਹੋਰ ਮੈਂ ਖੋਲੀ ਹੈ ਉਸ ਵਿੱਚ ਦੱਸਿਆ ਜਾ ਰਿਹਾ ਕਿ ਮੁੰਬਈ ਦੇ ਵਿੱਚ ਇੱਕ ਜਿਹੜਾ ਇਲਾਕਾ ਹੈ ਉੱਥੇ ਲੋਕਡਾਊਨ ਜਿਹੜਾ ਹੈ, ਰਾਤ ਦਾ ਕਰਫਿਊ ਹੈ ਉਹ ਵਧਾ ਦਿੱਤਾ ਗਿਆ ਸੀ। ਕਾਰਨ ਉਸ ਪਾਰਟੀ ਦੇ ਵਿੱਚ ਜਿਹੜੇ ਮਸ਼ਹੂਰ ਸਿੰਗਰ ਨੇ ਬਾਲੀਵੁੱਡ ਦੇ ਬਾਦਸ਼ਾਹ ਉਹ ਵੀ ਮੌਜੂਦ ਸਨ। ਉਸ ਤੋਂ ਇਲਾਵਾ ਗੁਰੂ ਰੰਧਾਵਾ ਜੋ ਕਿ ਪੰਜਾਬੀ ਸਿੰਗਰ ਨੇ, ਗੁਰਦਾਸਪੁਰ ਤੋਂ ਨੇ ਐਂਡ ਵਰਲਡ ਦੇ ਵਿੱਚ ਉਹਨਾਂ ਨੇ ਆਪਣੇ ਨਾਮ ਖੱਟਿਆ ਹੋਇਆ। ਪਰ ਸ਼ਾਇਦ ਇਸ ਖਬਰ ਤੋਂ ਬਾਅਦ ਜਿਹੜਾ ਨਾਮ ਹੈ ਥੋੜਾ ਜਿਹਾ ਖਰਾਬ ਹੋਣ ਦਾ ਜ਼ਰੂਰ ਹੋਵੇਗਾ, ਕਿਉਂਕਿ ਲੋਕਡਾਊਨ ਜਾਂ ਕਰਫਿਊ ਦੇ ਦੌਰਾਨ ਜੇ ਇਹੋ ਜਿਹੀ ਕਿਸੇ ਚੀਜ਼ ਵਿੱਚ ਸ਼ਾਮਲ ਹੋਏ ਨੇ ਤਾਂ ਪੁਲਿਸ ਨੇ ਉਹਨਾਂ ਨੂੰ ਫੜਿਆ ਐਂਡ ਉਸੇ ਟਾਈਮ ਉਹਨਾਂ ਨੂੰ ਬਾਅਦ 'ਚ ਫਿਰ ਰਿਹਾ ਵੀ ਕਰ ਦਿੱਤਾ। ਸੋ ਇਹ ਤਾਂ ਸੀਗੀਆਂ ਹੈ ਨਾ ਕਿਸਾਨ ਅਪਡੇਟ, ਫਿਰ ਵਰਲਡ ਦੀਆਂ ਅਪਡੇਟ, ਫਿਰ ਉਸ ਤੋਂ ਬਾਅਦ ਬਾਲੀਵੁੱਡ ਅਪਡੇਟ, ਯਾਨੀ ਕਿ ਤਕਰੀਬਨ ਅਸੀਂ ਸਾਰੀਆਂ ਗੱਲਾਂ ਜਿਹੜੀਆਂ ਹੈ ਕਵਰ ਕਰ ਲਈਆਂ ਪ੍ਰੋਗਰਾਮ ਅਖਬਾਰਨਾਮੇ ਦੇ ਵਿੱਚ। ਸੋ ਹੋਰ ਵੀ ਜਿਹੜੀ ਗੱਲਾਂ ਬਾਤਾਂ ਨੇ ਅਸੀਂ ਆਉਣ ਵਾਲੇ ਪ੍ਰੋਗਰਾਮਸ ਵਿੱਚ ਜ਼ਰੂਰ ਕਰਾਂਗੇ। ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਕਿਵੇਂ ਲੱਗਿਆ, ਪੰਜਾਬ ਮਿਲ USA TV ਦੇ ਉੱਪਰ ਜਾ ਕੇ ਸਾਡਾ YouTube ਚੈਨਲ ਤੇ ਜਾ ਕੇ ਤੁਸੀਂ ਸਾਨੂੰ ਕਮੈਂਟ ਜ਼ਰੂਰ ਕਰ ਸਕਦੇ ਹੋ ਐਂਡ ਆਪਣੇ ਜਿਹੜੇ ਸੁਝਾਅ ਹੋਏ ਉਹ ਵੀ ਸਾਨੂੰ ਦੇ ਸਕਦੇ ਹੋ। ਧੰਨਵਾਦ।